ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਵਾਰੀ ਫੇਰ ਤੁਹਾਡਾ ਵੈਲਕਮ ਆ ਸਾਡੇ ਚੈਨਲ ਦੇਸੀ ਕੈਨੇਡੀਅਨ ਵਲੌਗ 'ਚ। ਤੇ ਅੱਜ ਦਾ ਟੌਪਿਕ ਥੋੜਾ ਸਪੈਸ਼ਲ ਹੈ ਕਿਉਂਕਿ ਅੱਜ ਮੈਂ ਗੱਲ ਕਰਾਂਗਾ ਸਟੱਡੀ ਪਰਮਿਟ ਕਿੱਦਾਂ ਐਕਸਟੈਂਡ ਕਰਨਾ ਹੈ। ਸੋ ਉਸਦੇ ਲਈ ਕੁਝ ਐਲੀਜੀਬਿਲਿਟੀ ਕ੍ਰਾਈਟੀਰੀਆ ਨੇ, ਕੁਝ ਡਾਕੂਮੈਂਟਸ ਨੇ ਤੇ ਕੁਝ ਸਟੈਂਡਰਡ ਪ੍ਰੋਸੈਸ ਨੇ ਜੋ ਤੁਹਾਨੂੰ ਫੋਲੋ ਕਰਨੇ ਪੈਣਗੇ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਸਾਰਿਆਂ ਨੂੰ ਕਹਿਣਾ ਚਾਹੂँਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਪੂਰਾ ਦੇਖਿਓ। ਮੇ ਵੀ ਵੀਡੀਓ ਥੋੜੀ ਵੱਡੀ ਹੋ ਜਾਏ ਕਿਉਂਕਿ ਪ੍ਰੋਸੈਸ ਆ ਤੇ ਥੋੜਾ ਸਟੈਪ ਬਾਏ ਸਟੈਪ ਮੈਂ ਚੱਲਾਂਗਾ। ਤੇ ਬਾਕੀ ਠੰਡ ਇੱਥੇ ਬਹੁਤ ਹੋਈ ਆ, ਤੁਸੀਂ ਦੇਖ ਸਕਦੇ ਹੋ, ਮਤਲਬ ਹੁੱਡੀਆਂ ਫੇਰ ਚੜ੍ਹ ਗਈਆਂ ਹੋਈਆਂ ਵਾ ਤੇ ਮੌਸਮ ਤੁਸੀਂ ਆ ਦੇਖ ਸਕਦੇ ਹੋ ਪਿੱਛੇ ਸਾਰਾ, ਮਤਲਬ ਬੱਦਲ ਹੀ ਬੱਦਲ ਹੋਏ ਆ, ਮੌਸਮ ਸਾਰਾ। ਆ ਪਿੱਛੇ ਮੈਂ ਗੈਰੋ ਪਾਰਕ 'ਚ ਹੈਗਾ ਇਸੇ में इस टाइम। ਪਿੱਛੇ ਆਪਣਾ ਲੇਕ ਹੈਗੀ ਆ ਤੇ ਸਾਹਮਣੇ ਉਹ ਫੈਕਟਰੀ ਆ। ਹੁਣ ਗੱਲ ਇਹ ਆਉਂਦੀ ਹੈ ਕਿ ਆਪਾਂ ਸਟੱਡੀ ਪਰਮਿਟ ਐਕਸਟੈਂਡ ਕਿਉਂ ਕਰਾਉਂਦੇ ਆ। ਐਕਸਟੈਂਡ ਕਰਾਉਣ ਦੇ ਕਈ ਰੀਜ਼ਨ ਹੁੰਦੇ ਆ। ਜਿੱਦਾਂ ਮੈਂ ਹੁਣ ਆਪਣੀ ਗੱਲ ਕਰ ਲੈਂਦਾ, ਮੈਂ ਇੱਥੇ ਜਿੱਦਾਂ ਹੁਣ 2 ਸਾਲ ਦਾ ਜਿਹੜਾ ਪ੍ਰੋਗਰਾਮ ਲੈ ਕੇ ਆਇਆ ਸੀ ਆਪਣਾ ਇੱਥੇ ਸੈਲਕਰ ਕਾਲਜ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਕੈਨੇਡਾ 'ਚ। ਅਤੇ ਹੁਣ ਮੈਂ ਆਪਣੀ 2 ਸਾਲ ਦੀ ਜਿਹੜੀ ਸਟੱਡੀ ਆ ਮਤਲਬ ਆਪਣੇ ਵੱਲੋਂ ਤਾਂ ਮਤਲਬ ਕਾਲਜ ਨੇ ਕੰਪਲੀਟ ਕਰਤੀ ਆ ਓਫੀਸ਼ਲੀ, ਬਟ ਮੇਰੇ ਅਜੇ ਕਪਲ ਆਫ ਕੋਰਸਿਸ ਰਹਿੰਦੇ ਆ। ਸੋ ਦੈਟਸ ਵਾਈ ਆਈ ਹੈਵ ਟੂ ਪਰਸੂ ਮਾਈ ਸਟੱਡੀ ਮੋਰ। ਸੋ ਉਸੇ ਕੇਸ ਲਈ ਮੈਨੂੰ ਆਪਣਾ ਜਿਹੜਾ ਸਟੱਡੀ ਪਰਮਿਟ ਆ ਉਹ ਹੁਣ ਐਕਸਟੈਂਡ ਕਰਾਉਣਾ ਪਏਗਾ। ਅਤੇ ਐਕਸਟੈਂਡ ਕਰਾਉਣ ਦਾ ਪ੍ਰੋਸੈਸ ਜਿੱਦਾਂ ਮੈਂ ਤੁਹਾਨੂੰ ਵੀਡੀਓ 'ਚ ਅੱਗੇ ਦੱਸਾਂਗਾ ਪੂਰਾ। ਬਟ ਕੁਛ ਜਿਹੜੇ ਡਾਕੂਮੈਂਟਸ ਹੈਗੇ ਆ ਜਿਹੜੇ ਤੁਹਾਨੂੰ ਚਾਹੀਦੇ ਆ, ਉਹ ਡਾਕੂਮੈਂਟ ਜਿੱਦਾਂ ਪਾਸਪੋਰਟ ਤੁਹਾਡਾ ਹੈਗਾ ਵਾ, ਉਹਦੀਆਂ ਜਿਹੜੀਆਂ ਸਕੈਨ ਫੋਟੋ ਕਾਪੀਜ਼ ਨੇ ਸਾਰੀਆਂ, ਉਹਨਾਂ ਦੀ ਤੁਹਾਨੂੰ ਲੋੜ ਪਵੇਗੀ। ਅਤੇ ਹੋਰ ਵੀ ਡਾਕੂਮੈਂਟ ਜਿੱਦਾਂ ਕਾਲਜ ਤੋਂ ਤੁਹਾਨੂੰ ਅਸੈਪਟੈਂਸ ਲੈਟਰ ਚਾਹੀਦੀ ਹੁੰਦੀ ਆ, ਉਸ ਦੀ ਵੀ ਲੋੜ ਪਵੇਗੀ। ਅਤੇ ਬਾਕੀ ਆਪਣਾ ਜਿਹੜਾ ਫੰਡ ਸ਼ੋਅ ਕਰਾਉਣੇ ਹੁੰਦੇ ਆ। ਮੇਨ ਗੱਲ ਜਿਹੜੀ ਫੰਡ ਹੁੰਦੀ ਆ, ਫੰਡ ਦੀ ਸਭ ਤੋਂ ਇੰਪੋਰਟੈਂਟ ਗੱਲ ਹੁੰਦੀ ਆ ਕਿ ਕਿੰਨੇ ਤੁਹਾਡੇ ਕੋਰਸਿਸ ਹਜੇ ਤੱਕ ਰਹਿੰਦੇ ਆ ਅਤੇ ਕਿੰਨੇ ਫੰਡ ਤੁਸੀਂ ਸ਼ੋਅ ਕਰਾਉਣੇ ਆ ਜਾਂ ਕਿੰਨੇ ਡਾਲਰ ਤੁਸੀਂ ਸ਼ੋਅ ਕਰਾਉਣੇ ਆ। ਅਤੇ ਉਸ ਕੇਸ 'ਚ ਆਪਣਾ ਥੋੜ੍ਹਾ ਜਿਹੜੀ ਅਣਗਹਿਲੀ ਨਾ ਕਰਿਓ ਅਤੇ ਜਿਹੜਾ ਆਪਣਾ ਬੈਂਕ ਹੈਗਾ ਵਾ ਉਹਨਾਂ ਨਾਲ ਜ਼ਰੂਰ ਕੰਸਰਨ ਕਰਿਓ ਅਤੇ ਇੰਪੋਰਟੈਂਟ ਡਿਟੇਲ ਸਾਰੀਆਂ ਉਹਨਾਂ ਕੋਲ ਪੁੱਛ ਲਿਓ। ਜੇ ਹੋ ਸਕੇ ਤਾਂ ਆਪਣੇ ਕਾਲਜ ਨੂੰ ਵੀ ਇੱਕ ਵਾਰੀ ਜ਼ਰੂਰ ਕਨਫਰਮ ਕਰ ਲਿਓ ਕਿ ਹਾਊ ਟੂ ਐਕਸਟੈਂਡ ਦਾ ਪਰਮਿਟ ਔਨਲਾਈਨ, ਬਿਕੋਜ਼ ਯੂ ਨੋ ਕੋਵਿਡ ਚੱਲ ਰਿਹਾ ਅਤੇ ਕੋਵਿਡ ਕਰਕੇ ਮੇ ਬੀ ਕੰਪਲੀਕੇਸ਼ਨਸ ਆ ਸਕਦੀਆਂ ਵਾ। ਹੁਣ ਮੇਰੇ ਕੇਸ 'ਚ ਵੀ ਇੱਦਾਂ ਕਿ ਹੁਣ ਮੈਂ ਸਟੱਡੀ ਪਰਮਿਟ ਜਿੱਦਾਂ ਮੈਂ ਅਪਲਾਈ ਕਰ ਚੁੱਕਿਆ ਵਾਂ। ਸੋ ਦੈਟਸ ਵਾਈ ਆਈ ਐਮ ਮੇਕਿੰਗ ਵੀਡੀਓ ਫॉर ਯੂ ਗਾਇਜ਼। ਸੋ ਕੋਵਿਡ ਦੇ ਕਰਕੇ ਜਿਹੜਾ ਹੁਣ ਹੈ ਕਿ ਜਿਹੜਾ ਬਾਇਓਮੈਟ੍ਰਿਕਸ ਦਾ ਪੰਗਾ ਹੈ, ਮੈਂ ਤਾਂ ਆਪਣਾ ਅਪਲਾਈ ਕਰ ਚੁੱਕਿਆ ਸਟੱਡੀ ਪਰਮਿਟ, ਬਟ ਬਾਇਓਮੈਟ੍ਰਿਕਸ ਕਰਨ ਹੁਣ ਮੈਨੂੰ 3 ਮਹੀਨੇ ਦਾ ਜਿਹੜਾ ਟਾਈਮ ਹੈ ਉਹਦੇ ਅੰਦਰ ਮੈਨੂੰ ਕਰਾਉਣਾ ਪਵੇਗਾ। ਫਿਰ ਉਸ ਤੋਂ ਬਾਅਦ ਫਾਈਨਲੀ ਜਿਹੜਾ ਰਿਜ਼ਲਟ ਆਏਗਾ ਕਿ ਹਾਂ ਵੀ ਸਟੱਡੀ ਪਰਮਿਟ ਐਕਸਟੈਂਡ ਹੋ ਚੁੱਕਿਆ ਹੈ। ਅਤੇ ਮੈਂ ਬਸ ਉਸੇ ਮੇਲ ਦੀ ਵੇਟ ਕਰਨਾ। ਅਤੇ ਹੁਣ ਬਾਇਓਮੈਟ੍ਰਿਕਸ ਲਈ ਦੇਖਦਾ ਹੁਣ ਮੈਂ ਡੇਟ, ਮਤਲਬ ਕਿਉਂਕਿ ਮੈਨੂੰ ਓਫੀਸ਼ਲੀ ਉਹਨਾਂ ਦੀ ਮੇਲ 'ਤੇ ਆਈ ਹੈ, ਬਟ ਮੈਂ ਜਿਹੜੀ ਆ ਬਾਇਓਮੈਟ੍ਰਿਕਸ ਦੀ ਡੇਟ ਦੇਖ ਕੇ ਮੈਂ ਆਪਣਾ ਅਰੇਂਜਮੈਂਟ ਕਰਾਂਗਾ ਕਿੱਦਾਂ ਕੀ ਹਿਸਾਬ ਕਿਤਾਬ ਆ। ਬਾਕੀ ਜ਼ਿਆਦਾ ਟਾਈਮ ਨਾ ਗਵਾਉਂਦੇ ਹੋਏ ਵੀਡੀਓ ਸਟਾਰਟ ਕਰਦੇ ਹਾਂ। ਅਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਜ਼ਰੂਰ ਆਉਂਦੀ ਰਹੇ। ਸੋ ਕਰਦੇ ਹਾਂ ਗਾਇਜ਼ ਵੀਡੀਓ ਸਟਾਰਟ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੈਕਟੀਕਲੀ ਇਹ ਆਪਾਂ ਸਟੱਡੀ ਪਰਮਿਟ ਆ ਜਿਹੜਾ ਔਨਲਾਈਨ ਕਿੱਦਾਂ ਅਪਲਾਈ ਕਰਨਾ ਹੈ। ਸੋ ਮੈਂ ਤੁਹਾਨੂੰ ਦੱਸਣ ਲੱਗਾ ਸਟੈਪ ਬਾਏ ਸਟੈਪ। ਸੋ ਸਭ ਤੋਂ ਪਹਿਲਾਂ ਮੇਰੇ ਕੋਲ ਇੱਕ PDF ਆ ਜਿਹੜੀ ਮੈਨੂੰ ਇੰਟਰਨੈਟ ਤੋਂ ਮਿਲੀ ਆ। ਇਹਦੇ ਵਿੱਚ ਸਾਰਾ ਸਟੈਪ ਬਾਏ ਸਟੈਪ ਪ੍ਰੋਸੀਜਰ ਜਿਹੜਾ ਉਹ ਐਕਸਪਲੇਨ ਕੀਤਾ ਆ। ਅਤੇ ਅੱਜ ਦਾ ਇਹਦਾ ਸੈਕਿੰਡ ਪੇਜ ਇੱਥੇ ਲਿਖਿਆ ਜਿਹਦਾ ਇੰਟਰਨੈਟ ਐਕਸਪਲੋਰਰ ਹੈ। ਅਤੇ ਜਦੋਂ ਮੈਂ ਅਪਲਾਈ ਕੀਤਾ ਸੀ ਉਦੋਂ ਇੱਦਾਂ ਦਾ ਕੋਈ ਕੇਸ ਨਹੀਂ ਆਇਆ ਸੀ। ਤੁਸੀਂ ਕ੍ਰੋਮ 'ਚ ਵੀ ਕਰਕੇ ਦੇਖ ਸਕਦੇ ਹੋ, ਜੇ ਨਹੀਂ ਤਾਂ ਫਿਰ ਇੰਟਰਨੈਟ ਐਕਸਪਲੋਰਰ ਪ੍ਰੈਫਰ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਕਿ ਤੁਹਾਨੂੰ ਡਾਕੂਮੈਂਟ ਕਿਹੜੇ ਚਾਹੀਦੇ ਆ, ਵਟ ਯੂ ਵਿਲ ਨੀਡ। ਸੋ ਡਾਕੂਮੈਂਟ 'ਚ ਸਭ ਤੋਂ ਪਹਿਲਾਂ ਹੈ ਕਿ ਜਿਹੜੀ ਐਕਸਟੈਂਡ ਕਰਨ ਦੀ ਜਿਹੜੀ ਕੰਡੀਸ਼ਨ ਆ ਉਹਦਾ ਇੱਕ ਫੋਰਮ ਹੁੰਦਾ ਵਾ, ਫੋਰਮ IMM 5709, ਜਿਹੜਾ ਕਿ ਲੇਟਰ ਮੈਂ ਇਸ ਵੀਡੀਓ 'ਚ ਤੁਹਾਨੂੰ ਦੱਸਾਂਗਾ। ਉਹੀ ਇੱਕ ਕੰਪਲੀਟ ਜਿਹੜਾ ਪ੍ਰੋਸੈਸ ਹੁੰਦਾ ਵਾ, ਜਿਹੜਾ ਫੋਰਮ ਭਰਨ ਦਾ ਉਹੀ 'ਚ ਹੁੰਦਾ ਵਾ। ਅਤੇ ਉਸ ਤੋਂ ਬਾਅਦ ਜਿਹੜੀ ਲੈਟਰ ਆਫ ਐਨਰੋਲਮੈਂਟ ਹੁੰਦੀ ਆ, ਜਿਹਨੂੰ ਆਪਾਂ ਲੈਟਰ ਆਫ ਐਕਸੈਪਟੈਂਸ ਵੀ ਕਹਿੰਦੇ ਹਾਂ, ਕਿ ਜਿਹੜੀ ਸਾਨੂੰ ਕਾਲਜ ਤੋਂ ਮਿਲਦੀ ਆ। ਹਰ ਕਾਲਜ ਦਾ ਆਪਣਾ ਪ੍ਰੋਸੀਜਰ ਹੁੰਦਾ, ਚਾਹੇ ਤੁਸੀਂ ਕੋਨਸਟਗਾ ਕਾਲਜ 'ਚ ਹੋ, ਚਾਹੇ ਤੁਸੀਂ ਕੈਂਬਰਿਜ ਕਾਲਜ 'ਚ ਹੋ, ਚਾਹੇ ਲੈਂਪਟਨ ਕਾਲਜ 'ਚ ਹੋ, ਜਿਹੜੇ ਵੀ ਕਾਲਜ ਹੈ ਸਿਰਫ ਕਾਲਜ ਨੂੰ ਕਰੀ ਈਮੇਲ ਕਰ ਦਿਓ ਕਿ ਹਾਂ ਵੀ ਇਹ ਮੇਰਾ ਰੀਜ਼ਨ ਆ ਸਟੱਡੀ ਪਰਮਿਟ ਐਕਸਟੈਂਡ ਕਰਾਉਣਾ, ਮੇਰੇ ਇੰਨੇ ਕੋਰਸ ਪਏ ਆ, ਅਤੇ ਉਹ ਤੁਹਾਨੂੰ ਲੈਟਰ ਆਫ ਐਕਸੈਪਟੈਂਸ ਸੈਂਡ ਕਰ ਦੇਣਗੇ। ਉਹ 'ਚ ਪੂਰਾ ਕੰਡੀਸ਼ਨਸ ਮੈਨਸ਼ਨਸ ਹੋਣਗੀਆਂ ਕਿ ਹਾਂ ਵੀ ਕਿੰਨੀ ਤੁਹਾਡੀ ਸਟੇ ਇੱਥੇ ਦੇ, ਕਿੰਨੇ ਦਿਨ ਲਈ ਤੁਸੀਂ ਰਹਿਣਾ ਵਾ,
ਤੇ ਕਿਹੜੇ ਤੁਹਾਡੇ ਕੋਰਸ ਹੈ, ਸਾਰਾ ਕੁਝ ਉੱਥੇ ਲਿਖਿਆ ਹੋਏਗਾ। ਥਰਡ ਪੁਆਇੰਟ ਹੈ, ਇਫ ਯੂ ਆਰ ਇਨ ਪ੍ਰੋਗਰਾਮ ਦੈਟ ਇਨਕਲੂਡਸ ਅ ਫੀਲਡ ਪਲੇਸਮੈਂਟ ਔਰ ਅ ਕੋਪ ਟਰਮ ਯੂ ਵਿਲ ਆਲਸੋ ਨੀਡ ਅ ਕੋਪ ਲੈਟਰ। ਜੇ ਤੁਸੀਂ ਸਟੱਡੀ ਤੋਂ ਬਾਅਦ ਜਾਂ ਆਪਣਾ ਕੋਪ ਤੁਹਾਡੇ ਨਾਲ ਕੋਈ ਜੋਬ ਵਗੈਰਾ ਹੈ ਜਾਂ ਕਾਲਜ ਦੇ ਨਾਲ ਕੁਛ ਇੱਦਾਂ ਦਾ, ਤੇ ਫਿਰ ਤੁਹਾਨੂੰ ਉਹਦੀ ਜਿਹੜੀ ਲੈਟਰ ਹੈ ਉਹ ਵੀ ਤੁਹਾਨੂੰ ਕਾਲਜ ਤੋਂ ਮੰਗਵਾਉਣੀ ਪਏਗੀ। ਉਹ ਸਾਰਾ ਜਿਹੜਾ ਇੱਕ ਵਾਰੀ ਕਾਲਜ ਤੋਂ ਜ਼ਰੂਰ ਕਨਫਰਮ ਕਰ ਲਿਓ। ਉਸ ਤੋਂ ਬਾਅਦ ਕਲੀਅਰ ਐਂਡ ਲੈਜੀਬਲ ਸਕੈਨਡ ਕਾਪੀ ਆਫ ਯਰ ਪਾਸਪੋਰਟ ਪੇਜਸ ਵਿਦ ਯੋਰ ਸਟੱਡੀ ਪਰਮਿਟ। ਇੱਕ ਗੱਲ ਇਹ ਹੈ ਕਿ ਜਿੰਨੇ ਵੀ ਜਿਹੜੇ ਤੁਹਾਡੇ ਜਿਹੜਾ ਪਾਸਪੋਰਟ ਹੈ ਉੱਤੇ ਜਿੰਨੀਆਂ ਵੀ ਜਿਹੜੀਆਂ ਸਟੈਂਪਸ ਲੱਗੀਆਂ ਵਾ ਜਾਂ ਫਸਟ ਐਂਡ ਲਾਸਟ ਪੇਜ ਦੀ ਜਿਹੜੀ ਫੋਟੋਜ਼ ਆ, ਉਹਨਾਂ ਨੂੰ ਕਲੀਅਰਲੀ ਜਿਹੜਾ ਇਹ ਯਾਦ ਤੁਹਾਡੇ ਕੋਲ ਜੇ ਸਕੈਨਰ ਨਹੀਂ ਹੈਗਾ, ਤੁਸੀਂ ਗੂਗਲ ਤੋਂ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਵੀ ਸਕੈਨ ਕਰ ਸਕਦੇ ਹੋ, ਅਤੇ ਵਧੀਆ ਤੁਹਾਡੀ ਜਿਹੜੀ ਉੱਥੋਂ ਜਿਹੜੀਆਂ ਸਕੈਨਡ ਕਾਪੀ ਜਿਹੜੀਆਂ ਬਣ ਜਾਣਗੀਆਂ। ਉਸ ਤੋਂ ਬਾਅਦ ਹੈ ਵੈਲਿਡ ਕ੍ਰੈਡਿਟ ਕਾਰਡ, ਵੀਜ਼ਾ, ਮਾਸਟਰ, ਅਮੈਰੀਕਨ ਐਕਸਪ੍ਰੈਸ, JCB, ਜੋ ਵੀ ਜਿਹੜੀ ਤੁਹਾਡੀ ਪੇਮੈਂਟ ਆਪਸ਼ਨ ਜਿਹੜੀ ਵੀ ਹੋਏਗੀ ਬਸ ਔਨਲਾਈਨ ਹੋਣੀ ਆ। ਮੋਸਟਲੀ ਜਿਹੜੇ ਵੀਜ਼ਾ ਅਤੇ ਮਾਸਟਰ ਕਾਰਡ ਹੁੰਦੇ ਆ। ਉਸ ਤੋਂ ਬਾਅਦ ਜਿਹੜੀ ਆ ਡਿਜੀਟਲ ਫੋਟੋ ਜਿਹੜੀ ਇਸ 'ਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਕਿਉਂਕਿ ਫੋਟੋ ਦਾ ਇੱਕ ਸਾਈਜ਼ ਹੁੰਦਾ ਵਾ 35x45 mm। ਉਹ ਜਿਹੜੀ ਸਿਰਫ ਵੀਜ਼ਾ ਐਮਬੈਸੀ ਵਾਸਤੇ ਫੋਟੋ ਸਾਈਜ਼ ਯੂਜ਼ ਹੁੰਦਾ, ਪਾਸਪੋਰਟ ਸਾਈਜ਼ ਫੋਟੋ ਇੱਥੇ ਚੱਲੇਗੀ ਨਹੀਂ। ਅਤੇ ਜਿਹੜਾ ਮੋਸਟ ਇੰਪੋਰਟੈਂਟ ਥਿੰਗ ਹੈ ਪ੍ਰੂਫ ਆਫ ਫਾਈਨੈਂਸ਼ੀਅਲ ਸਪੋਰਟ। ਇਹ ਚੀਜ਼ ਜ਼ਰੂਰ ਨੂੰ ਤੁਸੀਂ ਗੌਰ ਕਰ ਲਿਓ, ਕਿਉਂਕਿ ਜਿਹੜੀ ਫਾਈਨੈਂਸ਼ੀਅਲ ਸਪੋਰਟ ਹੁੰਦੀ ਆ, ਕਿਉਂਕਿ ਮੇਰੇ ਵੀ ਟਾਈਮ ਆ ਜਦੋਂ ਅਪਲਾਈ ਕਰਨ ਦੇ ਮੈਂ ਬੈਂਕ ਹੋ ਗਿਆ ਤਾਂ ਉਹਨਾਂ ਨੂੰ ਜਿਹੜੀ ਸਟੇਟਮੈਂਟ ਹੈਗੀ ਸੀ ਉਹ ਸਿਰਫ 2 ਮਹੀਨੇ ਦੀ ਦਿੱਤੀ ਸੀ, ਅਤੇ ਬਾਅਦ 'ਚ ਜਦੋਂ ਮੈਂ ਇੱਥੇ ਆ ਕੇ ਅਪਲਾਈ ਕਰਨ ਲੱਗਾ ਅਤੇ ਜਿਹੜੀ ਸਟੇਟਮੈਂਟ ਸੀ ਉਹ ਪ੍ਰੀਵੀਅਸ 4 ਮੰਥ ਦੀ ਜਿਹੜੀ ਸਟੇਟਮੈਂਟ ਚਾਹੀਦੀ ਸੀ। ਹੁਣ ਇੱਥੇ ਇਹਨਾਂ ਨੇ ਲਿਖਿਆ ਕਿ ਪ੍ਰੂਫ ਆਫ ਮੈਡੀਕਲ। ਇਹ ਜਿੱਦਾਂ ਜ਼ਰੂਰੀ ਨਹੀਂ ਹੈ, ਕਿਉਂਕਿ ਇਹਨਾਂ ਨੇ ਲਿਖਿਆ ਮੇ ਬੀ ਰਿਕੁਆਇਰਡ, ਲੋੜ ਪੈ ਸਕਦੀ ਹੈ। If your program is related to the health care or child care, you should upload the proof of medical that was completed by an approved doctor within the last 12 months. To find a doctor near you, please go to this link. ਉਸ ਤੋਂ ਬਾਅਦ ਜਿਹੜੇ ਆਪਸ਼ਨਲ ਡਾਕੂਮੈਂਟ ਆ ਜਾਂਦੇ ਹਨ, ਆਪਸ਼ਨਲ ਡਾਕੂਮੈਂਟ ਵੈਸੇ ਕੋਈ ਅਪਲੋਡ ਕਰਦਾ ਤਾਂ ਨਹੀਂ ਹੈ, ਬਟ ਜੇ ਤੁਹਾਡੇ ਕੋਲ ਹੈਗੇ ਆ ਜਾਂ ਕਾਲਜ ਨਾਲ ਤੁਸੀਂ ਗੱਲ ਕੀਤੀ ਹੈ ਫਿਰ ਤੁਸੀਂ ਅਪਲੋਡ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਕਿ ਆਪਣੇ ਡਾਕੂਮੈਂਟ ਪ੍ਰੀਪੇਅਰ ਕਿੱਦਾਂ ਕਰਨੇ ਆ। ਜੇ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਡਾਕੂਮੈਂਟ ਆਪਣੇ ਕਿੱਦਾਂ ਪ੍ਰੀਪੇਅਰ ਕਰੀਦੇ ਆ, ਇਹ ਜਿੱਦਾਂ ਮੈਨੂੰ ਜਿਹੜੀ PDF ਹੈਗੀ ਹੈ ਇਹ ਕਾਂਸਟੋਗਾ ਕਾਲਜ ਦੀ ਹੈਗੀ ਆ, ਅਤੇ ਉਹ 'ਤੇ ਜਿਹੜਾ ਕੰਪਲੀਟ ਪ੍ਰੋਸੈਸ ਹੈ ਉਹ ਐਕਸਪਲੇਨ ਕੀਤਾ ਵਾ। ਇਹ ਜਿਹੜੀ ਲੈਟਰ ਆਫ ਇਨਰੋਲਮੈਂਟ ਹੈ ਜਾਂ ਅਸੈਪਟੈਂਸ ਲੈਟਰ ਆ, ਪਲੇਸਮੈਂਟ ਲੈਟਰ ਹੈ ਜਾਂ ਕੋਪ ਲੈਟਰ ਆ, ਜਿਹੜਾ ਕਾਲਜ ਦਾ ਜਿਹੜਾ ਸਟੂਡੈਂਟ ਰਿਕਾਰਡ ਹੁੰਦਾ ਵਾ ਜਾਂ ਸਟੂਡੈਂਟ ਪੋਰਟਲ ਹੁੰਦਾ ਵਾ ਉੱਥੋਂ ਵੀ ਤੁਸੀਂ ਪ੍ਰਿੰਟ ਕਰ ਸਕਦੇ ਹੋ। ਨਹੀਂ ਤਾਂ ਕਾਲਜ ਨੂੰ ਈਮੇਲ ਕਰੋ ਜਾਂ ਕਾਲਜ ਐਡਮਿਨਿਸਟ੍ਰੇਸ਼ਨ ਨੂੰ, ਜਿਹੜਾ ਵੀ ਹੈਡ ਹੈਗਾ ਵਾ ਤੁਹਾਡਾ। ਕਲੀਅਰ ਐਂਡ ਲੈਜੀਬਲ ਸਕੈਨਡ ਕਾਪੀ ਪੇਜ ਵਿਦ ਦ ਪਾਸਪੋਰਟ ਨੰਬਰ, ਫੋਟੋ, ਡੇਟਸ ਆਫ ਇਸ਼ੂਜ਼ ਐਂਡ ਐਕਸਪਾਇਰੀ, ਨੇਮ ਐਂਡ ਡੇਟ ਆਫ ਬਰਥ। ਉਹੀ ਫਸਟ ਪੇਜ ਹੋ ਗਿਆ, ਲਾਸਟ ਪੇਜ ਹੋ ਗਿਆ, ਜਿੰਨੀਆਂ ਵੀ ਅੱਗੇ ਸਟੈਂਪ ਲੱਗੀਆਂ ਵਾ, ਵੀਜ਼ਾ ਦੀ ਫੋਟੋ ਆ, ਸਾਰੀ ਕਲੀਅਰਲੀ ਸਕੈਨਡ ਹੋਣੀ ਚਾਹੀਦੀਆਂ। ਸਰ ਪੇਜ ਵਿਦ ਦਾ ਸਟੈਂਪ ਮੇਡ ਬਾਏ ਕੈਨੇਡੀਅਨ ਅਥੋਰਿਟੀਜ਼, ਜਿੰਨੀਆਂ ਵੀ ਕੈਨੇਡੀਅਨ ਅਥੋਰਿਟੀਜ਼ ਦੇ ਜਾਂ ਇਮੀਗ੍ਰੇਸ਼ਨ ਦੀਆਂ ਜਿੰਨੀਆਂ ਵੀ ਸਟੈਂਪਸ ਲੱਗੀਆਂ ਸਾਰੀਆਂ, ਕਦੋਂ ਤੁਸੀਂ ਆਏ ਹੋ, ਕਦੇ ਐਂਟਰ ਕੀਤੇ, ਤੇ ਸਾਰੀ। Scan of your valid study permit. All pages of the passport must be merged into a single PDF document. Please note that scanned documents cannot be more than 4 MB. 4 MB ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਅਤੇ ਡਿਜੀਟਲ ਫੋਟੋ ਆ ਉਹ ਜਿਹੜੀ ਤੁਹਾਡੀ ਪਾਸਪੋਰਟ ਜਾਂ ਫੋਟੋ ਆ ਸੇਮ ਉਹਦੇ ਵਰਗੀ ਹੋਣੀ ਚਾਹੀਦੀ ਆ। ਤੋਂ ਵੱਧਦੇ ਆਪਾਂ ਅੱਗੇ। For financial support, if you don't have all the money for 1 year, then you will need to show evidence for where the money. ਜਿੰਨੇ ਵੀ ਪੈਸੇ ਤੁਸੀਂ ਬੈਂਕ 'ਚ ਸ਼ੋਅ ਕਰਾਓਗੇ ਜਾਂ ਸ਼ੋਅ ਕਰਾਉਣ ਜਾ ਰਹੇ ਹੋ, ਉਹਨਾਂ ਦਾ ਸਾਰਾ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਵਾ ਕਿੱਥੋਂ ਆਏ ਆ, ਕਿਉਂਕਿ ਸਟੇਟਮੈਂਟਸ ਨਾਲ ਲੱਗਣੀਆਂ, ਉੱਥੋਂ ਪਤਾ ਲੱਗ ਜਾਣਾ ਸਾਰਾ। The receipts for tuition payment for the current and for future semester. Your bank statements and transaction history from the last 4 months. ਆਹੀ ਗੱਲ ਲੱਗੀ ਨਾ ਜਿਹੜੀ ਲਾਸਟ 4 ਮਹੀਨਿਆਂ ਦੀ। A family member's or a friend's bank statement showing funds available accompanied by a letter from that person stating they are supporting your studies in Canada. ਜੇ ਕੋਈ ਫੈਮਿਲੀ ਮੈਂਬਰ ਤੁਹਾਨੂੰ ਪੈਸੇ ਭੇਜ ਕੇ ਸਪੋਰਟ ਕਰ ਰਿਹਾ ਤਾਂ ਉਹਦੀ ਕੰਟੈਕਟ ਇਨਫੋਰਮੇਸ਼ਨ ਵੀ ਇੰਕਲੂਡ ਕਰ ਸਕਦੇ ਹੋ। ਪ੍ਰੂਫ ਆਫ ਇਨਕਮ ਸੱਚ ਐਸ ਪੇ ਸਟੱਬ, ਤੁਸੀਂ ਕੰਮ ਕੀਤਾ ਕੈਨੇਡਾ ਜਿੱਥੇ ਵੀ ਕੰਮ ਕੀਤਾ ਉਹਦਾ ਪੇ ਇਨਫੋਰਮੇਸ਼ਨ ਸਾਰੀ, ਪੇ ਸਟੱਬ, ਲੈਟਰ ਆਫ ਐਮਪਲੋਇਮੈਂਟ। You can provide this if you are working part-time during your studies. You can also have your family member provide similar documentation as mentioned in the point above. ਜਿਹੜਾ ਉੱਤੇ ਜਿਹੜੀ ਜੋ ਵੀ ਗੱਲ ਕੀਤੀ ਹੈ ਫੈਮਿਲੀ ਮੈਂਬਰ ਦੀ। When you reach the document checklist in your application, please click beside the document for more details and a list of other documents that you can include. ਜਾਂ ਇਨਫੋਰਮੇਸ਼ਨ ਉਹਨਾਂ ਇਨਕਲੂਡ ਕਰ ਸਕਦੇ ਹੋ। ਹੋਰ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ ਐਕਸਟੈਂਡ ਕਰਨ ਵਾਸਤੇ ਜਾਂ ਕੁਛ ਵੀ ਤੁਹਾਨੂੰ ਨਹੀਂ ਪਤਾ ਲੱਗ ਰਿਹਾ, ਤੁਸੀਂ ਇਸ ਲਿੰਕ 'ਤੇ ਜਾ ਸਕਦੇ ਹੋ। ਅਤੇ ਹੁਣ ਗੱਲ ਕਰਦੇ ਹਾਂ ਕਿ ਪ੍ਰੋਸੈਸ ਜਿਹੜਾ ਸ਼ੁਰੂ ਕਿੱਦਾਂ ਕਰਨਾ ਹੈ ਜਾਂ ਕਿੱਥੋਂ ਤੁਹਾਨੂੰ ਜੇ ਨਹੀਂ ਪਤਾ ਕੀ ਸਟਾਰਟ ਕਰਨਾ। ਸਭ ਤੋਂ ਪਹਿਲਾਂ ਤੁਸੀਂ ਜਿਹੜੀ GCK ਹੁੰਦੀ ਆ, ਇਹ ਤੁਹਾਡਾ ਲੌਗਇਨ ਹੁੰਦਾ ਜਿਹੜਾ ਇਮੀਗ੍ਰੇਸ਼ਨ ਵੈਬਸਾਈਟ 'ਤੇ, ਅਤੇ ਸਿੰਪਲ ਤੁਸੀਂ ਗੂਗਲ 'ਤੇ ਜਾ ਕੇ ਇੱਥੇ GCK ਲਿਖ ਸਕਦੇ ਹੋ। ਜਿੱਦਾਂ ਮੈਂ ਤੁਹਾਨੂੰ ਇੱਥੇ ਦੱਸਾਂਗਾ, ਇੱਥੇ ਜਦ ਆਪਾਂ ਲਿਖ ਸਕਦੇ ਹਾਂ
GCK ਜਦੋਂ ਮੈਂ ਇੱਥੇ ਲਿਖਿਆ ਤੇ ਉੱਥੇ ਜਿੱਦਾਂ ਆ ਪਹਿਲੀ ਵੈਬਸਾਈਟ ਆਏਗੀ ਸਾਈਨ ਇਨ ਟੂ ਯੂਰ IRCC ਸਿਕਿਉਰ ਅਕਾਊਂਟ। ਇੱਥੇ ਤੁਸੀਂ ਜਦੋਂ ਕਲਿੱਕ ਕਰੋਗੇ ਤੁਸੀਂ ਆਹ ਵਾਲੇ ਇਸ ਪੇਜ ਤੇ ਆਓਗੇ, ਸਾਈਨ ਇਨ ਟੂ ਯੂਰ IRCC ਸਿਕਿਉਰ ਅਕਾਊਂਟ। ਆ ਸਾਰਾ ਲਿਖਿਆ ਇਹਦਾ COVID-19 ਦੇ ਕਰਕੇ ਕਿੱਦਾਂ ਐਪਲੀਕੇਸ਼ਨਸ ਅਫੈਕਟਡ ਹੋ ਰਹੀਆਂ। ਤੇ ਇਸ ਤੋਂ ਬਾਅਦ ਤੁਸੀਂ ਇੱਥੇ ਆਉਣਾ ਸਾਈਨ ਇਨ ਵਿਦ ਯੂਰ GCK ਯੂਜ਼ਰ ID ਐਂਡ ਪਾਸਵਰਡ। ਇਹ ਦੂਸਰੀ ਆਪਸ਼ਨ ਹੈ ਸਾਈਨ ਇਨ ਵਿਦ ਇਨ ਪਾਰਟਨਰ, ਤੇ ਤੁਸੀਂ ਇਸ 'ਤੇ ਕਲਿੱਕ ਕਰਨਾ। ਇਹ ਇਸ ਕੇਸ 'ਚ ਹੈ ਕਿ ਜੇ ਤੁਹਾਡਾ ਅਕਾਊਂਟ ਬਣਿਆ ਹੈ, ਜੇ ਤੁਹਾਡਾ ਅਕਾਊਂਟ ਨਹੀਂ ਬਣਾਇਆ ਤਾਂ ਤੁਸੀਂ ਸਿੰਪਲੀ ਸਾਈਨ ਅਪ 'ਤੇ ਕਲਿੱਕ ਕਰਨਾ। ਹੁਣ ਮੇਰਾ ਅਕਾਊਂਟ ਬਣਾਇਆ ਹੈ, ID ਪਾਸਵਰਡ ਸਭ ਲੌਗਇਨ ਹੈਗਾ, ਮੈਂ ਤਾਂ ਜਿੱਦਾਂ ਸਾਈਨ ਇਨ ਕਰ ਸਕਦਾ। ਸਾਈਨ ਇਨ ਜਿੱਦਾਂ ਅਕਾਊਂਟ ਬਣਿਆ ਤਾਂ ਓਕੇ। ਉਸ ਤੋਂ ਬਾਅਦ ਫਿਰ ਐਕਸੈਪਟ। We are processing your application. We will send you a message when there is an update or if we need more information from you. ਸਾਰਾ ਮੇਰੇ ਇਨਫੋਰਮੇਸ਼ਨ ਇੱਥੇ ਲਿਖੀ ਹੈ, ਜੋ ਵੀ ਡੇਟ ਰਿਸੀਵ ਜਿੰਨੀ 8 ਤਰੀਕ ਨੂੰ ਅਪਲਾਈ ਕੀਤਾ ਸੀ, ਬਾਇਓਮੈਟ੍ਰਿਕਸ ਵਗੈਰਾ ਸਾਰਾ ਕੁਛ ਹੈ ਇੱਥੇ। ਸੋ ਤੁਹਾਨੂੰ ਪਤਾ ਲੱਗ ਗਿਆ ਕਿ ਸਟਾਰਟ ਕਿੱਥੋਂ ਕਰਨਾ। ਉਸ ਤੋਂ ਬਾਅਦ ਉਹੀ ਜਿਹੜਾ ਮੈਂ ਤੁਹਾਨੂੰ ਕੰਟੀਨਿਊ ਟੂ GCK ਵਾਲਾ ਜਿਹੜਾ ਪ੍ਰੋਸੈਸ ਸਾਰਾ ਉੱਥੇ ਕਰਕੇ ਇਫ ਯੂ ਆਰ ਆਲਰੇਡੀ ਉਹੀ ਜਿਹੜਾ ਅਕਾਊਂਟ ਜੇ ਬਣਿਆ ਹੋਇਆ ਤਾਂ ਤੁਸੀਂ ਲੌਗਇਨ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਅਪਲਾਈ ਕਰਨਾ ਸ਼ੁਰੂ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਸਾਈਨ ਅਪ ਕਰ ਸਕਦੇ ਹੋ। ਸਭ ਤੋਂ ਵੱਡੀ ਪ੍ਰੋਬਲਮ ਇਫ ਯੂ ਆਰ ਨੋਟ ਏਬਲ ਟੂ ਲੌਗਇਨ ਟੂ ਯੂਰ ਓਲਡ ਅਕਾਊਂਟ। ਕਈ ਵਾਰੀ ਹੁੰਦਾ ਕਿ ਅਕਾਊਂਟ ਜਿਹੜਾ ਪਹਿਲਾਂ ਆਪਾਂ ਬਣਾਇਆ ਹੁੰਦਾ ਵਾ ਇੰਡੀਆ ਤੋਂ ਆਉਣ ਤੋਂ ਪਹਿਲਾਂ, ਜਾਂ ਤੁਹਾਡਾ ਏਜੰਟ ਹੁੰਦਾ ਉਹਨੇ ਅਕਾਊਂਟ ਕ੍ਰੀਏਟ ਕੀਤਾ ਹੁੰਦਾ ਵਾ, ਬਟ ਸਾਨੂੰ ID ਪਾਸਵਰਡ ਉਹ ਦਿੰਦਾ ਵੀ ਆ, ਬਟ ਸਾਨੂੰ ਨਹੀਂ ਪਤਾ ਹੁੰਦਾ ਕਿ ਕਿੱਥੇ ਆ ਜਾਂ ਭੁੱਲ ਜਾਂਦੇ ਆਪਾਂ। ਤੁਸੀਂ ਨਵਾਂ ਅਕਾਊਂਟ ਬਣਾ ਸਕਦੇ ਹੋ, ਅਤੇ ਕੋਈ ਉਸ 'ਚ ਪ੍ਰੋਬਲਮ ਨਹੀਂ ਹੈ, ਨਵੇਂ ਅਕਾਊਂਟ ਨਾਲ ਤੁਹਾਡਾ ਅਪਲਾਈ ਹੋ ਜਾਏਗਾ। ਸਾਈਨ ਅਪ ਦੇ ਬਟਨ 'ਤੇ ਕਲਿੱਕ ਕਰਕੇ ਨया ਯੂਜ਼ਰ ID ਕ੍ਰੀਏਟ ਕਰ ਸਕਦੇ ਹੋ, ਜੇ ਪੁਰਾਣਾ ਅਤੇ ਸਾਈਨ ਇਨ ਸਿੱਧਾ ਇੱਥੇ ਕਰ ਸਕਦੇ ਹੋ। ਟਰਮਸ ਐਂਡ ਕੰਡੀਸ਼ਨ ਐਕਸੈਪਟ ਕਰ ਲਓ। ਇੱਥੇ ਆਪਣਾ ਯੂਜ਼ਰ ਨੇਮ ਭਰੋ। ਪਹਿਲਾਂ ਯੂਜ਼ਰ ਨੇਮ ਦੀ ਇਹਨਾਂ ਨੇ ਚੈੱਕ ਲਿਸਟ ਲਾਈ ਹੋਈ ਹੈ, 8 ਤੋਂ 16 ਕਰੈਕਟਰ, ਸਪੈਸ਼ਲ ਕਰੈਕਟਰ ਹੋਣੇ ਨਹੀਂ ਚਾਹੀਦੇ ਕੋਈ, ਜਿੱਦਾਂ ਹੈਸ਼ ਹੋ ਗਿਆ, $ਸਾਈਨ ਹੋ ਗਿਆ, ਪਰਸੈਂਟੇਜ, ਇੱਦਾਂ ਦਾ ਕੋਈ ਨਹੀਂ। ਪਾਸਵਰਡ ਜਿਹੜਾ ਹੈਗਾ ਸੇਮ ਉਹੀ ਚੀਜ਼ ਆ, ਪਾਸਵਰਡ ਦੀ ਵੀ ਚੈੱਕ ਲਿਸਟ ਲੱਗੀ ਹੋਈ ਆ, ਤੁਸੀਂ ਸਾਰਾ ਫੋਲੋ ਕਰ ਲਿਓ ਕੰਟੀਨਿਊ ਕਰਕੇ। ਉਸ ਤੋਂ ਬਾਅਦ ਜਿਹੜਾ ਰਿਕਵਰੀ ਕੁਐਸਚਨ ਹੈ, ਇਹ ਰਿਕਵਰੀ ਕੁਐਸਚਨ ਬਹੁਤ ਇੰਪੋਰਟੈਂਟ ਆ। ਜਦੋਂ ਵੀ ਤੁਸੀਂ ਰਿਕਵਰੀ ਕੁਐਸਚਨ ਫਿਲ ਕਰੋ ਜਾਂ ਕੁਐਸਚਨ ਦੇ ਆਨਸਰ ਜਿੱਦਾਂ ਵੀ ਆ, ਉਹਨਾਂ ਦੀ ਫੋਟੋ ਜ਼ਰੂਰ ਲੈ ਲਓ, ਤੁਹਾਨੂੰ ਪ੍ਰੋਬਲਮ ਨਹੀਂ ਹੋਏਗੀ ਫਿਊਚਰ 'ਚ। ਕਿਉਂਕਿ ਕਈ ਵਾਰੀ ਜਿੱਦਾਂ ਯੂਜ਼ਰ ਨੇਮ ਆਪਾਂ ਯੂਜ਼ਰ ID ਨਾਲ ਲੌਗਇਨ ਕਰਦੇ ਹਾਂ, ਕਈ ਵਾਰੀ ਕਿਸੇ ਹੋਰ ਕੰਪਿਊਟਰ ਤੋਂ ਜਾਂ ਕਿਸੇ ਹੋਰ IP ਐਡਰੈਸ ਤੋਂ, ਅਤੇ ਉਹ ਕਈ ਵਾਰੀ ਸਾਨੂੰ ਪੁੱਛ ਲੈਂਦਾ ਵਾ, ਸਿਕਿਉਰਿਟੀ ਕੁਐਸਚਨ 'ਚ ਨਹੀਂ ਪਤਾ ਹੋਣਗੇ, ਫਿਰ ਤੁਹਾਡਾ ਅਕਾਊਂਟ ਬਲੌਕ ਵੀ ਹੋ ਸਕਦਾ ਉਸ ਕੇਸ 'ਚ। ਅਤੇ ਉਸ ਤੋਂ ਬਾਅਦ ਆਹ ਵਾਲੀ ਸਕਰੀਨ ਆਏਗੀ, ਕ੍ਰੀਏਟ ਐਨ ਅਕਾਊਂਟ। ਜੇ ਉਹਦੇ ਅਕਾਊਂਟ ਤੁਹਾਡਾ ਬਣ ਗਿਆ ਅਤੇ ਲੌਗਇਨ ਸਾਈਨ ਅਪ ਕਰਨਾ ਸ਼ੁਰੂ ਕਰੋਗੇ, ਫਿਰ ਇੱਦਾਂ ਤੁਹਾਡਾ ਗਿਵਨ ਨੇਮ, ਤੁਹਾਡਾ ਲਾਸਟ ਨੇਮ, ਤੁਹਾਡਾ ਈਮੇਲ ਐਡਰੈਸ, ਪ੍ਰੈਫਰਡ ਲੈਂਗੁਏਜ ਔਰ ਨੋਟੀਫਿਕੇਸ਼ਨ, ਕਿਸ ਲੈਂਗੁਏਜ ਨੋਟੀਫਿਕੇਸ਼ਨ ਤੁਸੀਂ ਚਾਹਦੇ ਹੋ, ਸਾਰਾ ਹੋ ਆਏਗਾ। ਉਸ ਨੂੰ ਫਿਰ ਤੁਸੀਂ ਕੰਟੀਨਿਊ ਕਰ ਦੇਣਾ। ਫਿਰ ਉਸ ਤੋਂ ਬਾਅਦ ਫਿਰ ਉਹ ਸਿਕਿਉਰਿਟੀ ਕੁਐਸਚਨ ਤੁਹਾਡੇ ਕੋਲ ਪੁੱਛੇਗਾ, ਸਾਰੇ ਕੁਐਸਚਨ ਭਰ ਕੇ ਅਤੇ ਆਪਣੇ ਸਾਰੇ ਉਹਨਾਂ ਦੀ ਵੀ ਪਿਕਚਰ ਲੈ ਲਿਓ। ਉਸ ਤੋਂ ਬਾਅਦ ਇਹ ਸਕਰੀਨ ਜਿਹੜੀ ਆਉਂਦੀ ਹੈ ਐਪਲੀਕੇਸ਼ਨ ਸਟਾਰਟ ਕਰਨ ਵੇਲੇ, ਅਤੇ ਤੁਸੀਂ ਜਦੋਂ ਸਟਾਰਟ ਐਪਲੀਕੇਸ਼ਨ ਕਰਨੀ ਹੈ ਅਤੇ ਆਏਗਾ ਅਪਲਾਈ ਟੂ ਕਮ ਟੂ ਕੈਨੇਡਾ, ਇਸ ਤੁਸੀਂ ਲਿੰਕ 'ਤੇ ਕਲਿੱਕ ਕਰਨਾ ਤੋਂ। ਫਿਰ ਉਸ ਤੋਂ ਬਾਅਦ ਆਹ ਵਾਲਾ ਪੇਜ ਆਏਗਾ, ਇੱਥੇ ਹੈ ਪਲੀਜ਼ ਐਂਟਰ ਯੂਰ ਪਰਸਨਲ ਰੈਫਰੈਂਸ ਕੋਡ ਟੂ ਬਿਗਿਨ ਯੂਰ ਐਪਲੀਕੇਸ਼ਨ। ਤੁਹਾਡੇ ਕੋਲ ਜਦੋਂ ਪਰਸਨਲ ਰੈਫਰੈਂਸ ਤੁਹਾਡਾ ਕੋਡ ਨਹੀਂ ਹੈਗਾ ਜਾਂ ਬੇਸਿਕਲੀ ਨਹੀਂ ਹੁੰਦਾ, ਸੋ ਡਿਟਰਮਿਨ ਯੂਰ ਐਲੀਜੀਬਿਲਿਟੀ ਐਂਡ ਅਪਲਾਈ ਆਨਲਾਈਨ, ਵਿਜ਼ਿਟਰ ਵੀਜ਼ਾ, ਸਟੱਡੀ, ਅਨਦਰ ਵਰਕ ਪਰਮਿਟ, ਸੋ ਜਸਟ ਕਲਿੱਕ ਹੇਅਰ ਸਿੰਪਲੀ ਐਂਡ ਮੂਵ ਔਨ। ਅਤੇ ਤੁਸੀਂ ਇਸ ਪੇਜ 'ਤੇ ਆਓਗੇ, ਇੱਥੇ ਤੁਹਾਡੀ ਜਿਹੜੀ ਐਲੀਜੀਬਿਲਿਟੀ ਡਿਟਰਮਿਨ ਕਰਨ ਵਾਸਤੇ ਕਈ ਸੀਰੀਜ਼ ਆਫ ਕੁਐਸਚਨ ਪੁੱਛੇ ਜਾਣਗੇ, ਜਿਨ੍ਹਾਂ ਦੇ ਤੁਹਾਨੂੰ ਜਵਾਬ ਦੇਣੇ ਹੈ। ਸਾਰੇ ਤੁਹਾਡੇ ਜਨਰਲ ਜਿਹੜੀ ਹੁਣ ਤੱਕ 2 ਸਾਲਾਂ ਜੋ ਹੋਇਆ ਸਾਰੇ ਉਹਦੇ ਰਿਲੇਟਡ ਹੀ ਸਾਰੇ ਕੁਐਸਚਨ ਹੈਗੇ ਨੇ। ਅਤੇ ਜੇ ਕੁਛ ਨਾ ਵੀ ਪਤਾ ਲੱਗੇ ਤਾਂ ਇੱਥੇ ਆ ਕੋਮਾ ਬਟਨ ਜ਼ਰੂਰ ਹੈਗਾ ਵਾ, ਇਹਨੂੰ ਜ਼ਰੂਰ ਤੁਸੀਂ ਫੋਲੋ ਕਰ ਦੇਣਾ, ਇੱਥੋਂ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਏਗੀ ਸਾਰੀ। ਅਤੇ ਕੋਈ ਜ਼ਿਆਦਾ ਹਾਰਡ ਐਂਡ ਫਾਸਟ ਕੋਈ ਹੈ ਨਹੀਂ ਇੱਦਾਂ ਦਾ, ਅਤੇ ਨੋਰਮਲੀ ਕੁਐਸਚਨ ਹੈ, ਤੁਹਾਨੂੰ ਮੋਸਟਲੀ ਤਾਂ ਪਤਾ ਹੋਣਗੇ। ਇੱਥੇ ਵੈਸੇ ਤਾਂ ਸਰ ਡਰੋਪ ਡਾਊਨ ਮੈਨੂ ਦੀ ਆਪਸ਼ਨ ਦਿੱਤੀ ਹੋਈ ਹੈ, ਜੇ ਨਾ ਹੀ ਪਤਾ ਲੱਗੇ ਫਿਰ ਕੋਮਾ ਬਟਨ ਇੱਥੇ ਹੈਗਾ। ਉਸ ਤੋਂ ਬਾਅਦ ਲਾਸਟ ਹੈ, ਡੂ ਯੂ ਹੈਵ ਅ ਫੈਮਿਲੀ ਮੈਂਬਰ ਹੂ ਇਜ਼ ਅ ਕੈਨੇਡੀਅਨ ਸਿਟੀਜ਼ਨ ਔਰ ਪਰਮਾਨੈਂਟ ਰੈਜ਼ੀਡੈਂਟ ਐਂਡ ਇਜ਼ 18 years ਔਰ ਓਲਡਰ। ਅਤੇ ਜੇ ਹੈ ਤਾਂ ਫਿਰ ਯੈਸ ਕਰ ਦਿਓ, ਜੇ ਨਹੀਂ ਤਾਂ ਫਿਰ ਨੋ। ਬਾਕੀ ਤੁਹਾਡੀ ਡੇਟ ਆਫ ਬਰਥ ਕਰਕੇ ਉਸ ਤੋਂ ਬਾਅਦ ਤੁਸੀਂ ਨੈਕਸਟ ਕਰਨਾ ਹੈ। ਨੈਕਸਟ ਕਰਨ ਤੋਂ ਬਾਅਦ ਫਿਰ ਸਿਮਿਲਰਲੀ ਕੁਐਸਚਨ ਫੋਲੋ ਹੁੰਦੇ ਜਾਣਗੇ, ਆਹ ਸੇਮ ਆ। ਪਲੀਜ਼ ਮੇਕ ਅ ਸਿਲੈਕਸ਼ਨ, ਜਿੱਦਾਂ ਮੋਰ ਦੈਨ 6 months ਤੁਸੀਂ ਸਟੇ ਕਰਨਾ ਵਾ ਪਰਮਿਟ ਵਧਾਉਣ ਤੋਂ ਬਾਅਦ ਜਾਂ ਘੱਟ ਕਰਨਾ, ਸਾਰਾ ਉਸ ਅਕੋਰਡਿੰਗ ਤੁਸੀਂ ਕੁਐਸਚਨ ਦੇ ਆਨਸਰ ਦੇ ਸਕਦੇ ਹੋ।
ਉਸ ਤੋਂ ਬਾਅਦ ਜਦੋਂ ਤੁਸੀਂ ਡਿਟਰਮਿਨ ਐਲੀਜੀਬਿਲਟੀ ਦਾ ਫਾਰਮ ਸਾਰਾ ਵੀ ਜੋ ਵੀ ਸੀਰੀਜ਼ ਆਫ ਕੁਐਸਚਨ ਜਦੋਂ ਭਰ ਦੋਗੇ, ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਦੱਸ ਦੇਗਾ ਕਿ ਤੁਸੀਂ ਕਿਹੜੇ ਵੀਜ਼ਾ ਲਈ ਐਲੀਜੀਬਲ ਹੋ। ਜਿੱਦਾਂ ਸਟੱਡੀ ਪਰਮਿਟ ਵਾਸਤੇ ਐਲੀਜੀਬਲ, ਟੈਂਪਰੇਰੀ ਰੈਜ਼ੀਡੈਂਟ ਵੀਜ਼ਾ, ਤੁਸੀਂ ਸਟੱਡੀ ਪਰਮਿਟ ਐਕਸਟੈਂਡ ਕਰਾਉਣਾ, ਉਸ 'ਤੇ ਕਲਿੱਕ ਕਰ ਦਿਓ। ਫਿਰ ਕੰਟੀਨਿਊ ਕਰਕੇ ਫਿਰ ਇਹ ਸਕਰੀਨ 'ਤੇ ਆਏਗਾ, ਆਰ ਯੂ ਅਕੰਪਨਿੰਗ ਅ ਫੈਮਿਲੀ ਮੈਂਬਰ ਹੂ ਹੈਜ਼ ਸਟੇਟਸ ਇਨ ਕੈਨੇਡਾ। ਜੇ ਹੈ ਤਾਂ ਯੈਸ ਕਰ ਦਿਓ, ਨਹੀਂ ਹੈ ਤਾਂ ਨੋ ਕਰ ਦਿਓ। ਨਹੀਂ ਪਤਾ ਤਾਂ ਫਿਰ ਤੁਸੀਂ ਕੋਮਾ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ ਕਿ ਤੁਹਾਨੂੰ ਅੱਗੇ ਇਨਫੋਰਮੇਸ਼ਨ ਮਿਲਦੀ ਹੈ। ਉਸ ਤੋਂ ਬਾਅਦ ਡੂ ਯੂ ਆਲਸੋ ਵਾਂਟ ਟੂ ਅਪਲਾਈ ਫॉर ਵਰਕ ਪਰਮਿਟ। ਉਸ ਤੋਂ ਬਾਅਦ ਜਿਹੜੀਆਂ ਪਰਸਨਲ ਡਿਟੇਲ ਆ ਜਾਂਦੀਆਂ, ਤੁਹਾਡਾ ਫੈਮਿਲੀ ਫੁੱਲ ਨੇਮ ਜਿਹੜਾ ਗਿਵਨ ਨੇਮ ਇੱਥੇ ਆਏਗਾ, ਉਹ ਤੁਸੀਂ ਪਾਸਪੋਰਟ ਤੋਂ ਫੋਲੋ ਕਰ ਸਕਦੇ ਹੋ ਜਾਂ ਸਟੱਡੀ ਪਰਮਿਟ ਤੋਂ ਫੋਲੋ ਕਰ ਸਕਦੇ ਹੋ। ਉੱਥੇ ਸਾਰਾ ਕੁਝ ਲਿਖਿਆ ਹੈ। ਹੈਵ ਯੂ ਐਵਰ ਯੂਜ਼ਡ ਐਨੀ ਅਦਰ ਨੇਮ, ਜੋ ਵੀ ਕੀਤਾ ਹੈ ਤੇ ਇੱਥੇ ਲਿਖ ਦਿਓ, ਨਹੀਂ ਤਾਂ ਹਾਂ ਨਾ, ਸਾਰਾ ਇੱਥੇ ਚੀਜ਼ ਹੈਗੀ ਆ। ਤੁਹਾਡੀ ਆਪਣੀ ਨੀਡ 'ਤੇ ਡਿਪੈਂਡ ਕਰਦਾ ਕਿ ਤੁਸੀਂ ਇਹਦਾ ਆਨਸਰ ਕੀ ਦੇਣਾ। ਜੇ ਤੁਸੀਂ ਵਰਕ ਪਰਮਿਟ ਵੀ ਨਾਲ ਅਪਲਾਈ ਕਰਦੇ ਹੋ ਤਾਂ ਫਿਰ ਯੈਸ ਕਰੋ, ਨਹੀਂ ਤਾਂ ਨੋ। ਸਿੰਪਲ ਜੀ ਗੱਲ ਹੈ। ਬਾਕੀ ਇੱਥੇ ਆਈ ਬਟਨ ਜਿੱਥੇ ਇਨਫੋਰਮੇਸ਼ਨ ਦਿੱਤੀ ਹੈ, ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕੁਛ ਵੀ ਤਾਂ ਤੁਸੀਂ ਇੱਥੇ ਵੀ ਕਲੀਅਰ ਕਰ ਸਕਦੇ ਹੋ। ਹੈਵ ਯੂ ਲਿਵਡ ਇਨ ਅ ਡੈਜ਼ਿਗਨੇਟਡ ਕੰਟਰੀ ਔਰ ਟੈਰੀਟਰੀ ਫॉर ਮੋਰ ਦੈਨ 6 months ਇਨ ਲਾਸਟ ਈਅਰ। ਇਹ ਵੀ ਇੰਪੋਰਟੈਂਟ ਆ, ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਤੁਸੀਂ ਕਿੰਨੀ ਡੇਟ ਤੱਕ ਰਹੇ ਹੋ, ਜਾਂ ਸਾਰਾ ਕੁਛ ਤੁਹਾਨੂੰ ਹੋਣਾ ਕਲੀਅਰ ਹੋਣਾ ਚਾਹੀਦਾ ਤਾਂ ਕਿ ਕੁਐਸਚਨ ਕੁਛ ਵੀ ਪੁੱਛੇ ਜਾ ਸਕਦੇ ਆ। ਜਿੱਦਾਂ if you lived outside of Canada for more than 6 months with the most recent 12 month span, then you will need to click the comma button to find out how to correctly answer this question। ਉਹੀ ਗੱਲ ਆ ਜਾਂਦੀ ਫਿਰ ਨਾ, ਜਿਹੜੀ ਚੀਜ਼ ਨਹੀਂ ਪਤਾ ਲੱਗਦੀ ਉਹ ਕੋਮਾ ਬਟਨ ਤੋਂ ਤੁਸੀਂ ਕਲੀਅਰ ਕਰ ਸਕਦੇ ਹੋ। ਸੇਮ ਉਹੀ ਫੈਮਿਲੀ ਮੈਂਬਰ ਦਾ ਵਾ ਕਿ ਫੈਮਿਲੀ ਮੈਂਬਰ ਦੀ ਐਪਲੀਕੇਸ਼ਨ ਸਬਮਿਟ ਕਰਨੀ ਹੈ ਕਿ ਨਹੀਂ ਕਰਨੀ। ਜੇ ਸਪਾਊਸ ਜਾਂ ਚਾਈਲਡ ਜਿਹੜਾ ਕਰੰਟਲੀ ਤੁਹਾਡੇ ਨਾਲ ਕੈਨੇਡਾ 'ਚ ਹੈ, if you want to add their application you can do so। Do not use this option to try to apply for a spouse or child who is currently outside of Canada। ਬੇਸਿਕਲੀ ਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਨਾਲ ਸਪਾਊਸ ਤੇ ਤੁਹਾਡਾ ਚਾਈਲਡ ਤੁਹਾਡੇ ਨਾਲ ਹੈ ਕੈਨੇਡਾ 'ਚ, ਫਿਰ ਤੁਸੀਂ ਇੱਥੇ ਯੈਸ ਕਰ ਸਕਦੇ ਹੋ, ਅਦਰਵਾਈਜ਼ ਆਨਸਰ ਨੋ ਹੈ, ਕਿਉਂਕਿ ਥੱਲੇ ਨਾਲ ਲਿਖਿਆ ਆਊਟਸਾਈਡ ਆਫ ਕੈਨੇਡਾ ਨਹੀਂ ਅਪਲਾਈ ਕਰ ਸਕਦੇ। ਦਿਸ ਕੈਨੋਟ ਬੀ ਯੂਜ਼ਡ ਟੂ ਅਪਲਾਈ ਫॉर ਫੈਮਿਲੀ ਮੈਂਬਰਸ ਹੂ ਆਰ ਨੋਟ ਯੂਰ ਸਪਾਊਸ ਔਰ ਚਾਈਲਡ। ਸੋ ਅੱਗੇ ਆ ਜਾਂਦਾ ਆਹ ਜਿਹੜਾ ਡਾਕੂਮੈਂਟ ਚੈੱਕਲਿਸਟ ਆ ਜਾਏਗੀ ਸਾਰੀ, ਜਦੋਂ ਤੁਸੀਂ ਸਾਰੇ ਸੀਰੀਜ਼ ਆਫ ਕੁਐਸਚਨ ਦੇ ਆਨਸਰ ਦੇ ਦੇਣੇ ਆ। ਵੰਸ ਯੂ ਫਿਨਿਸ਼ ਦ ਕੁਐਸਚਨ ਯੂ ਵਿਲ ਸੀ ਯੂਰ ਡਾਕੂਮੈਂਟ ਚੈੱਕਲਿਸਟ। ਦਿਸ ਇਜ਼ ਵੇਅਰ ਯੂ ਅਪਲੋਡ ਯੂਰ ਰਿਕੁਆਇਰਡ ਐਂਡ ਆਪਸ਼ਨਲ ਡਾਕੂਮੈਂਟਸ। ਇਸ ਤੋਂ ਬਾਅਦ ਜਿੱਦਾਂ ਕੁਛ ਵੀ ਤੁਹਾਡੀ ਕੋਈ ਪ੍ਰੋਬਲਮ ਰਹਿ ਜਾਂਦੀ ਹੈ, ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ, ਜਾਂ ਕੋਈ ਚੀਜ਼ ਤੁਸੀਂ ਗਲਤ ਭਰਤੀ ਜਾਂ ਕੋਈ ਇਨਫੋਰਮੇਸ਼ਨ ਤੁਹਾਨੂੰ ਇੱਦਾਂ ਲੱਗਦੀ ਹੈ ਕਿ ਇੱਕ ਵਾਰੀ ਵੈਰੀਫਾਈ ਕਰਨ ਵਾਲੀ ਆ, ਤੁਸੀਂ ਮੋਡੀਫਾਈ ਜਿਹੜਾ ਹੈਗਾ ਵਾ ਆਪਣਾ ਮੋਡੀਫਾਈ ਮਾਈ ਆਨਸਰ 'ਤੇ ਕਲਿੱਕ ਕਰਕੇ ਤੁਸੀਂ ਸਾਰਾ ਮਤਲਬ ਕਰ ਸਕਦੇ ਹੋ। ਬਾਕੀ ਆਈ ਬਟਨ ਦਿੱਤੇ ਹੋਏ ਜ਼ਿਆਦਾ ਤੁਹਾਨੂੰ ਪ੍ਰੋਬਲਮ ਨਹੀਂ ਹੋਏਗੀ। ਯੂ ਵਿਲ ਸਟਾਰਟ ਬਾਈ ਕਲਿਕਿੰਗ ਹੇਅਰ, ਅ ਨਿਊ ਪੇਜ ਵਿਲ ਓਪਨ ਵਿਦ ਅ PDF ਐਪਲੀਕੇਸ਼ਨ ਫੋਰਮ। ਇੱਥੇ ਜਿਹੜੀ ਆਪਾਂ ਜਿੱਥੇ ਕਲਿੱਕ ਕਰਾਂਗੇ ਤਾਂ ਤੁਹਾਡੀ ਜਿਹੜੀ PDF ਐਪਲੀਕੇਸ਼ਨ ਫੋਰਮ ਆ, ਜਿਹੜਾ ਸਾਰਾ ਸਟੱਡੀ ਪਰਮਿਟ ਦਾ ਵਿੱਚ ਸਾਰੀ ਤੁਹਾਡੀ ਡਿਟੇਲ ਹੋਏਗੀ। ਦਿਸ PDF ਡਾਕੂਮੈਂਟ ਮਸਟ ਬੀ ਸੇਵ ਟੂ ਯਰ ਕੰਪਿਊਟਰ ਫॉर ਐਡੀਟਿੰਗ। ਇਹ ਤੁਹਾਨੂੰ ਡਾਊਨਲੋਡ ਕਰਨਾ ਪਏਗਾ ਅਤੇ PDF ਫੋਰਮ 'ਚ ਹੋਏਗਾ ਅਤੇ ਜਿਹੜੀ ਐਡੀਟੇਬਲ ਹੋਏਗੀ, ਜਿਹਦੇ ਵਿੱਚ ਤੁਸੀਂ ਆਪਣੀ ਇਨਫੋਰਮੇਸ਼ਨ ਫਿਲ ਆਊਟ ਕਰਨੀ ਹੈ ਅਤੇ ਫਿਰ ਜਿਹੜਾ ਅਪਲੋਡ ਦਾ ਬਟਨ ਹੈ ਜਿਹੜਾ ਇੱਥੇ ਜਾ ਕੇ ਤੁਸੀਂ ਅਪਲੋਡ ਕਰ ਦੇਣੀ ਹੈ ਅਤੇ ਇੱਥੇ ਫਿਰ ਗ੍ਰੀਨ ਕਲਰ ਦਾ ਜਿਹੜਾ ਸਾਈਨ ਆ ਜਾਊਗਾ ਕਿ ਹਾਂ ਵੀ ਤੁਹਾਡੇ ਡਾਕੂਮੈਂਟ ਅਪਲੋਡ ਹੋ ਚੁੱਕੇ ਆ। ਉਸ ਤੋਂ ਬਾਅਦ ਐਪਲੀਕੇਸ਼ਨ ਫੋਰਮ ਸ਼ੁੱਡ ਹੈਵ ਦਿਸ ਟਾਈਟਲ। ਜੇ ਤੁਸੀਂ ਫੋਰਮ ਡਾਊਨਲੋਡ ਕਰ ਰਹੇ ਹੋ, ਜੇ ਤੁਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਕਿ ਹਾਂ ਸਹੀ ਹੈ, ਤਾਂ ਆਹ ਟਾਈਟਲ ਜਿਹੜਾ ਇੱਕ ਵਾਰੀ ਚੈੱਕ ਕਰ ਦਿਓ ਕਿ ਆਹ ਉੱਤੇ ਚੀਜ਼ ਲਿਖੀ ਹੋਈ ਹੈ। UCI ਇੱਕ ਤਰ੍ਹਾਂ ਦਾ ਕੋਡ ਹੁੰਦਾ ਜਿਹੜਾ ਕਿ ਪਾਸਪੋਰਟ 'ਤੇ ਲਿਖਿਆ ਹੁੰਦਾ ਅਤੇ 8 ਜਾਂ 10 ਜਿਹੜਾ ਆਪਣੇ ਕੀ ਕਹਿੰਦੇ ਡਿਜਿਟ ਹੁੰਦੇ ਆ ਉਹਨਾਂ 'ਚ ਹੁੰਦਾ ਵਾ। ਮੇਨਲੀ ਜਿਹਦਾ 1 ਤੋਂ ਸਟਾਰਟ ਹੁੰਦਾ ਵਾ। ਮੈਂ ਜਦੋਂ ਅਪਲਾਈ ਕੀਤਾ ਸੀ ਅਤੇ ਮੇਰਾ 1 ਤੋਂ ਸਟਾਰਟ ਹੋਇਆ ਸੀ, ਅਤੇ ਕਈ ਪਾਸਪੋਰਟ 'ਤੇ ਮਤਲਬ 10 ਡਿਜਿਟ ਦਾ ਹੁੰਦਾ ਵਾ, ਕਈਆਂ 'ਤੇ 8 ਦਾ ਹੁੰਦਾ ਵਾ। ਉਹ ਤੁਸੀਂ ਦੇਖ ਲਿਓ, ਤੁਸੀਂ ਉਹਨੂੰ ਕੰਪਲੀਟਲੀ ਇੱਥੇ ਫਿਲਡ ਆਊਟ ਕਰ ਦਿਓ। ਉਸ ਤੋਂ ਬਾਅਦ ਆਈ ਵਾਂਟ ਸਰਵਿਸ ਇਨ, ਜਿਹੜੀ ਲੈਂਗੁਏਜ ਚਾਹੀਦੀ ਆ ਉਹ ਲੈਂਗੁਏਜ ਇੱਥੇ ਇੰਗਲਿਸ਼ ਸਿਲੈਕਟ ਕਰ ਦਿਓ ਆਪਣੀ। ਫਿਰ ਇੱਥੇ ਆਉਂਦਾ ਕੁਐਸਚਨ ਨੰਬਰ 3, ਆਈ ਐਮ ਅਪਲਾਈਂਗ ਫॉर 1 or more of the following, ਐਨ ਇਨੀਸ਼ੀਅਲ ਸਟੱਡੀ ਪਰਮਿਟ ਔਰ ਐਕਸਟੈਂਸ਼ਨ ਆਫ ਸਟੱਡੀ ਪਰਮਿਟ। ਤੁਸੀਂ ਮੇਨਲੀ ਆਹੀ ਸਿਲੈਕਟ ਕਰਨਾ ਵਾ। ਜੇ ਹੋਰ ਕੋਈ ਚੀਜ਼ ਹੈ ਤਾਂ ਇੱਥੇ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ, ਡੇਟ ਆਫ ਬਰਥ, ਪਲੇਸ ਆਫ ਬਰਥ, ਮੇਲ ਫੀਮੇਲ, ਸਿਟੀਜ਼ਨਸ਼ਿਪ, ਤੁਹਾਡਾ ਸਟੇਟਸ ਕੀ ਹੈ, ਇੱਥੇ ਸਟੂਡੈਂਟ ਹੋ ਤੁਸੀਂ, ਇੱਥੇ ਕੰਟਰੀ ਕਰੰਟ ਕੰਟਰੀ ਰੈਜ਼ੀਡੈਂਸ, ਅਤੇ ਕਦੋਂ ਤੁਸੀਂ ਕੈਨੇਡਾ 'ਚ ਐਂਟਰ ਹੋਏ, ਕਦੋਂ ਤੁਹਾਡਾ ਸਟੱਡੀ ਪਰਮਿਟ ਐਕਸਪਾਇਰ ਹੋ ਰਿਹਾ। ਇਹ ਹੈ ਸਟੱਡੀ ਪਰਮਿਟ ਦੀ ਐਗਜ਼ਾਮਪਲ 1 ਹੈ ਕਿ ਜਦੋਂ ਤੁਹਾਨੂੰ ਨਹੀਂ ਪਤਾ ਲੱਗਣਾ, ਕਿਉਂਕਿ ਫਰਦਰ ਜਿੱਦਾਂ ਸਟੈਪ ਬਾਏ ਸਟੈਪ ਅਸੀਂ ਚੱਲ ਰਹੇ ਹਾਂ ਤਾਂ ਫਰਦਰ ਜਿੱਦਾਂ ਡਾਕੂਮੈਂਟ ਨੰਬਰ ਤੁਹਾਡੇ ਕੋਲ ਪੁੱਛਿਆ ਜਾਵੇਗਾ, ਡਾਕੂਮੈਂਟ ਨੰਬਰ ਫਿਲ ਆਊਟ ਕਰਨ ਲਈ। ਅਤੇ UCI ਜਿੱਦਾਂ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ, ਜਿੱਦਾਂ UCI ਆ ਤੁਹਾਨੂੰ ਸਟੱਡੀ ਪਰਮਿਟ 'ਤੇ ਮਿਲੇਗੀ। ਸਟੱਡੀ ਪਰਮਿਟ 'ਤੇ ਤੁਹਾਨੂੰ ਇੱਥੇ ਲਿਖੀ ਹੋਏਗੀ UCI ਆ, ਜਿੱਦਾਂ ਸਟੱਡੀ ਪਰਮਿਟ ਸੈਂਪਲ 2 ਆ। ਜੇ ਸਟੱਡੀ ਪਰਮਿਟ ਤੁਹਾਡਾ ਕੁਛ ਇੱਦਾਂ ਦਾ ਵਾ ਤਾਂ ਫਿਰ ਇੱਦਾਂ ਚੀਜ਼ਾਂ ਫੋਲੋ ਹੋਣਗੀਆਂ ਜਿੱਦਾਂ ਇਹਨਾਂ ਨੇ ਉੱਤੇ ਦਿਖਾ ਰੱਖੀਆਂ।
ਤੇ ਜੇ ਤੁਹਾਡਾ ਸਟੱਡੀ ਪਰਮਿਟ ਕੁਝ ਇੱਦਾਂ ਦਿਖਦਾ ਹੈ ਤੇ ਫਿਰ ਤੁਹਾਡਾ ਡਾਕੂਮੈਂਟ ਨੰਬਰ ਸਿਰਫ ਇੱਥੇ ਹੋਏਗਾ ਤੇ ਐਪਲੀਕੇਸ਼ਨ ਡਿਮਾਂਡ ਐਸ ਕੁਝ ਇੱਦਾਂ ਲਿਖਿਆ ਹੋਏਗਾ, ਉਹਦੇ ਥੱਲੇ ਤੁਹਾਡਾ ਜਸਟ ਬਿਲੋ UCI ਇੱਥੇ ਲਿਖਿਆ ਹੋਏਗਾ, ਉਹ ਤੁਸੀਂ ਇੱਥੋਂ ਕਾਪੀ ਕਰਕੇ ਤੇ ਉੱਥੇ ਫਿਲ ਆਊਟ ਕਰ ਦੇਣਾ। ਹੁਣ ਗੱਲ ਹੁੰਦੀ ਹੈ ਲੈਂਗੁਏਜਿਸ, ਨੇਟਿਵ ਲੈਂਗੁਏਜ, ਮਦਰ ਟੰਗ, ਇਹ ਵੀ ਸਾਰਾ ਤਾਂ ਤੁਹਾਨੂੰ ਪਤਾ ਹੋਵੇਗਾ। Have you taken a test from designated testing agency to assess your proficiency in English or French? ਆਪਾਂ ਜਿੱਦਾਂ ਸਾਰੇ IELTS ਕਰਕੇ ਆਏ ਨੇ ਕਿਉਂਕਿ ਆਪਣੀ ਫਸਟ ਲੈਂਗੁਏਜ ਨਹੀਂ ਹੈ ਇੰਗਲਿਸ਼, ਤੇ ਯੈਸ ਕਰਕੇ ਤੇ ਬਾਕੀ ਡਿਟੇਲ ਜਿਹੜੀਆਂ ਫਿਲ ਆਊਟ ਕਰ ਸਕਦੇ ਹੋ। ਉੱਥੇ ਲਿਖਿਆ ਹੋਣਾ ਆਰ ਯੂ ਏਬਲ ਟੂ ਕਮਿਊਨੀਕੇਟ ਇਨ ਇੰਗਲਿਸ਼ ਔਰ ਫਰੈਂਚ, ਇੱਥੇ ਤੁਸੀਂ ਇੰਗਲਿਸ਼ ਸਿਲੈਕਟ ਕਰ ਲਿਓ, ਜੇ ਫਰੈਂਚ ਆਉਂਦੀ ਹੈ ਤਾਂ ਫਰੈਂਚ ਕਰ ਲਓ। ਬਾਕੀ ਇੱਥੇ ਪਾਸਪੋਰਟ ਨੰਬਰ ਆਏਗਾ ਤੁਹਾਡਾ, ਕੰਟਰੀ ਆਫ ਇਸ਼ੂ ਡੇਟ, ਐਕਸਪਾਇਰੀ ਡੇਟ, ਸਾਰਾ ਕੁਝ ਲਿਖ ਦੇਣਾ। ਉਸ ਤੋਂ ਬਾਅਦ ਕਰੰਟ ਮੇਲਿੰਗ ਐਡਰੈਸ, ਕਿੱਥੇ ਰਹਿੰਦੇ ਹੋ, ਸਟਰੀਟ ਨੰਬਰ ਕੀ ਹੈ, ਨਾਮ ਕੀ ਹੈ, ਸ਼ਹਿਰ ਕੀ ਹੈ, ਸਿਟੀ, ਟਾਊਨ, ਕੰਟਰੀ, ਪ੍ਰੋਵਿੰਸ, ਪੋਸਟਲ ਕੋਡ, ਰੈਜ਼ੀਡੈਂਸ਼ੀਅਲ ਐਡਰੈਸ ਜੇ ਸੇਮ ਹੈ ਮੇਲਿੰਗ ਐਡਰੈਸ ਤੇ ਯੈਸ ਕਰ ਦਿਓ, ਨਹੀਂ ਤਾਂ ਅਲੱਗ ਤੋਂ ਤੁਸੀਂ ਫਿਲ ਆਊਟ ਕਰ ਸਕਦੇ ਹੋ। ਬਾਕੀ ਤੁਹਾਡੀ ਕੰਟੈਕਟ ਡਿਟੇਲਸ ਆ ਜਾਂਦੀਆਂ ਵਾ, ਈਮੇਲ ਐਡਰੈਸ ਆ ਜਾਂਦੀ ਹੈ, ਵੀ ਤੁਸੀਂ ਆਪ ਭਰ ਸਕਦੇ ਹੋ। ਕਮਿੰਗ ਇਨ ਟੂ ਕੈਨੇਡਾ, ਡੇਟ, ਪਲੇਸ ਜਿੱਦਾਂ ਸਿਟੀ ਔਰ ਏਅਰਪੋਰਟ ਯੂ ਅਰਾਈਵ, ਜਿੱਥੇ ਤੁਸੀਂ ਲੈਂਡ ਹੋਏ। ओरिजिनल पर्पज़ ऑफ कमिंग टू कैनेडा ਤੁਹਾਡਾ ਸਟੱਡੀ ਹੈ। ਡੇਟ ਐਂਡ ਪਲੇਸ ਆਫ ਯਰ ਮੋਸਟ ਰੀਸੈਂਟ ਐਂਟਰੀ ਟੂ ਕੈਨੇਡਾ, ਇੱਥੇ ਤੁਸੀਂ ਆਪਣੀ ਡੇਟ ਲਿਖ ਦੇਣੀ ਹੈ। ਰੀ ਐਂਟਰਡ, ਯੂ ਵਿਲ ਨੀਡ ਟੂ ਇੰਡੀਕੇਟ ਦ ਡੇਟ ਐਂਡ ਲੋਕੇਸ਼ਨ, ਇਫ ਯੂ ਹੈਵ ਓਨਲੀ ਐਂਟਰਡ ਇਨ ਕੈਨੇਡਾ ਵਾਂਸ ਯੂ ਵਿਲ ਲੀਵ ਦਿਸ ਬਲੈਂਕ। ਜੇ ਇੱਕ ਵਾਰੀ ਤੁਸੀਂ ਹਾਲੇ ਤੱਕ ਕੈਨੇਡਾ ਤੋਂ ਬਾਹਰ ਗਏ ਨਹੀਂ ਕਿਤੇ, ਫਿਰ ਤੁਸੀਂ ਖਾਲੀ ਛੱਡ ਦਿਓ ਇਸਨੂੰ। ਅੱਜ ਦਾ ਡਾਕੂਮੈਂਟ ਨੰਬਰ ਉਹ ਮੈਂ ਉੱਤੇ ਤੁਹਾਨੂੰ ਦਿਖਾਇਆ ਸੀ, ਸ਼ੋਅ ਕਰਾਇਆ ਸੀ ਸਟੱਡੀ ਪਰਮਿਟ ਦੇ। ਇੱਥੋਂ ਆਪਣਾ ਸਟੱਡੀ ਪਰਮਿਟ ਜਿੱਦਾਂ ਦਾ ਵੀ ਹੈ ਉੱਥੋਂ ਡਾਕੂਮੈਂਟ ਨੰਬਰ ਦੇਖ ਕੇ ਤੁਸੀਂ ਇੱਥੇ ਫਿਲ ਆਊਟ ਕਰ ਸਕਦੇ ਹੋ। ਇਹ ਤੁਹਾਡੀ ਜਿੱਦਾਂ ਮਤਲਬ ਆਪਣਾ ਸਟੱਡੀ ਦਾ ਜਿਹੜਾ ਲੈਵਲ ਜਿਹੜਾ ਹੈ, ਜੋ ਵੀ ਸਟੱਡੀ ਤੁਸੀਂ ਇੱਥੇ ਲੈ ਕੇ ਆਏ ਸਾਰੀਆਂ ਉਹਦੀ ਡਿਟੇਲਸ ਹੈਗੀਆਂ ਵਾ। ਇਹ ਤੁਹਾਨੂੰ ਜਿੱਦਾਂ ਕਾਲਜ ਦੀ ਜਿਹੜੀ ਆਫਰ ਲੈਟਰ ਹੈਗੀ, ਆਫੀਸ਼ੀਅਲ ਲੈਟਰ, ਇਹ ਤੁਹਾਨੂੰ ਉੱਥੋਂ ਮਿਲ ਜਾਣਗੀਆਂ ਸਾਰੀਆਂ ਡਿਟੇਲ। ਜੇ ਕੁਝ ਨਹੀਂ ਪਤਾ ਚੱਲਦਾ ਤਾਂ ਤੁਸੀਂ ਇਹ ਕਾਲਜ ਨੂੰ ਈਮੇਲ ਕਰਕੇ ਆਪਣਾ ਸਟੂਡੈਂਟ ਨੰਬਰ ਦੱਸ ਕੇ ਤੇ ਉੱਥੋਂ ਕਨਫਰਮ ਕਰਕੇ ਇੱਥੇ ਫਿਲ ਆਊਟ ਕਰ ਸਕਦੇ ਹੋ। ਅਤੇ ਇਹਦੇ ਵਿੱਚ ਕੋਈ ਇੱਦਾਂ ਨਹੀਂ ਹੈ ਕਿ ਤੁਹਾਨੂੰ ਜਦੋਂ ਇੱਕ ਵਾਰੀ ਫੋਰਮ ਖੋਲ੍ਹ ਲਿਆ ਤਾਂ ਤੁਸੀਂ ਫਿਲ ਆਊਟ ਕਰਨਾ ਹੀ ਕਰਨਾ ਹੈ। ਤੁਸੀਂ ਫੋਰਮ ਨੂੰ ਐਜ਼ ਇਟ ਇਜ਼ ਡਰਾਫਟ ਸੇਵ ਕਰਕੇ ਅਤੇ ਲੇਟਰ ਔਨ ਵੀ ਐਪਲੀਕੇਸ਼ਨ ਜਿਹੜੀ ਆ ਉਹ ਕੰਟੀਨਿਊ ਕਰ ਸਕਦੇ ਹੋ ਅਤੇ ਵੈਰੀਫਾਈ ਕਰਕੇ, ਪੁੱਛ ਪੜਤਾਲ ਕਰਕੇ ਆਪਣਾ ਡਾਕੂਮੈਂਟ ਸਬਮਿਟ ਕਰਕੇ ਫਿਰ ਅਪਲਾਈ ਕਰ ਸਕਦੇ ਹੋ। ਹੁਣ ਤੋਂ ਬਾਅਦ ਆਉਂਦੀ ਹੈ ਦ ਕੋਸਟ ਆਫ ਮਾਈ ਸਟੱਡੀਜ਼ ਵਿਲ ਬੀ, ਜਿੱਦਾਂ ਤੁਸੀਂ ਆਪਣੇ ਜਿਹੜੇ ਫਾਈਨੈਂਸ਼ੀਅਲ ਜਿਹੜੇ ਪ੍ਰੂਫ ਸ਼ੋ ਕੀਤੇ ਆ, ਫੰਡ ਵਗੈਰਾ, ਉਹਨਾਂ 'ਚ ਤੁਸੀਂ ਆਪਣੀ ਟਿਊਸ਼ਨ ਫੀਸ ਤੁਹਾਡੀ ਕਿੰਨੀ ਹੋਏਗੀ, ਤੁਹਾਡਾ ਰੂਮ ਦਾ ਲਿਵਿੰਗ ਐਕਸਪੈਂਸਿਸ ਕਿੰਨਾ ਹੋਏਗਾ, ਅਦਰ ਜਿਹੜੇ ਖਰਚੇ ਤੁਹਾਡੇ ਹੁੰਦੇ ਆ ਉਹਨਾਂ ਦਾ ਕਿੰਨਾ ਹੋਏਗਾ ਅਤੇ ਕਿੰਨੇ ਤੁਹਾਡੇ ਕੋਲ ਫੰਡ ਹੈਗੇ ਆ, ਸਾਰਾ ਇੱਥੇ ਤੁਹਾਨੂੰ ਡਿਟੇਲਸ ਮੈਂਸ਼ਨ ਕਰਨੀਆਂ ਪੈਣਗੀਆਂ। ਮਾਈ ਐਕਸਪੈਂਸਿਸ ਇਨ ਕੈਨੇਡਾ ਵਿਲ ਬੀ ਪੇਡ ਬਾਈ, ਜੇ ਤੁਸੀਂ ਸੈਲਫ ਹੋ ਜਾਂ ਜਿੱਦਾਂ ਵੀ ਕਿਸੇ ਕੋਲ ਲਈ ਹੈ, ਫਰੈਂਡ ਕੋ, ਫੈਮਿਲੀ ਸਪੋਰਟ ਕਰ ਰਹੀ ਹੈ, ਅਤੇ ਉੱਥੇ ਸਾਰਾ ਤੁਸੀਂ ਇੱਥੇ ਫਿਲ ਆਊਟ ਕਰਨਾ ਹੈ। If your program of study includes a field placement or a co-op term, then you can answer yes to this question and select co-op work permit. ਇਹਨਾਂ ਨੂੰ ਫੋਲੋ ਜ਼ਰੂਰ ਕਰ ਲਿਓ ਚੀਜ਼ਾਂ, ਕਿਉਂਕਿ ਇਹ ਚੀਜ਼ਾਂ ਤੁਹਾਡੀ ਹੈਲਪ ਕਰ ਸਕਦੀਆਂ ਨੇ ਤੁਹਾਨੂੰ ਡਿਸੀਜਨ ਲੈਣ 'ਤੇ ਕਿ ਹਾਂ ਵੀ ਕੀ ਫਿਲ ਕਰਨਾ ਕਿੱਦਾਂ। ਨਹੀਂ ਤੁਹਾਨੂੰ ਬਾਰ-ਬਾਰ ਕੋਈ ਵੀਡੀਓ ਦੇਖਣੀ ਪਏਗੀ ਜਾਂ ਪੁੱਛਣਾ ਪਏਗਾ ਕਿਸੇ ਨੂੰ, ਕਾਲਜ ਤੋਂ ਪੁੱਛਣਾ ਪਏਗਾ, ਬਹੁਤ ਪ੍ਰੋਬਲਮ ਬਹੁਤ ਹੁੰਦੀਆਂ। ਉਸ ਤੋਂ ਬਾਅਦ ਤੁਹਾਡੀ ਐਜੂਕੇਸ਼ਨ ਆ ਜਾਂਦੀ ਹੈ, ਇਹ ਵੀ ਤੁਹਾਨੂੰ ਭਰ ਸਕਦੇ ਹੋ ਸਾਰੀ। ਇਫ ਯੂ ਆਰ ਕਰੰਟਲੀ ਸਟੱਡਿੰਗ ਐਟ ਦਿਸ ਕਾਲਜ, ਰਾਈਟ ਸਟੂਡੈਂਟ ਇਨ, ਸੋ ਸਾਰਾ ਇੱਥੇ ਹੀ ਹੈ। ਜਿੱਦਾਂ ਐਮਪਲੋਇਮੈਂਟ ਆ, ਐਮਪਲੋਇਮੈਂਟ 'ਚ ਜੋ ਵੀ ਹੈ ਤੁਸੀਂ ਸਾਰਾ ਆਪਣਾ ਇੱਥੇ ਫਿਲ ਆਊਟ ਕਰ ਸਕਦੇ ਹੋ। ਇਹ ਡਿਟੇਲ ਤੁਹਾਨੂੰ ਖੁਦ ਪਤਾ ਹੋਏਗੀ, ਤੁਸੀਂ ਭਰ ਸਕਦੇ ਹੋ ਈਜ਼ੀਲੀ ਹੈ। Have you ever remained beyond the validity of your status, attended school without authorization of work without authorization in Canada? ਮਤਲਬ ਤੁਸੀਂ ਜਿਹਦਾ ਪਰਮਿਟ ਐਕਸਪਾਇਰ ਹੋਣ ਤੋਂ ਬਾਅਦ ਇਲੀਗਲੀ ਇੱਥੇ ਤੁਸੀਂ ਮਤਲਬ ਕਦੇ ਨਹੀਂ ਰਹੇ ਅਤੇ ਉਸ ਕੇਸ 'ਚ ਤੁਸੀਂ ਨੋ ਕਰ ਸਕਦੇ ਹੋ। Have you ever been refused a visa or a permit denied in any country entry or order to leave Canada? ਤੁਸੀਂ ਨੋ 'ਤੇ ਕਲਿੱਕ ਕਰ ਸਕਦੇ ਹੋ। Have you previously applied to enter or remain in Canada? Yes. ਉਸ ਤੋਂ ਬਾਅਦ do you consent to be contacted by CIC or an organization at CIC request in the future? Yes, ਕਿਉਂਕਿ ਤੁਸੀਂ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਕਲੀਅਰਲੀ ਭਰੀਆਂ ਵਾ ਅਤੇ ਰਾਈਟ ਹੈ ਤੁਹਾਡੇ ਅਕੋਰਡਿੰਗ, ਅਤੇ ਇੱਥੇ ਤੁਸੀਂ ਯੈਸ ਕਰੋਗੇ। If submitting the form electronically, you do not need to hand sign in the application form. Instead, you will type your name as it is shown in your study permit. ਇੱਥੇ ਤੁਸੀਂ ਡੇਟ ਲਿਖ ਦੇਣੀ ਹੈ ਅਤੇ ਉਸ ਤੋਂ ਬਾਅਦ be sure to press validate, ਉਹੀ ਵੈਲੀਡੇਟ ਬਟਨ ਹੈ। ਤੁਸੀਂ ਕਨਫਰਮ ਕਰ ਸਕਦੇ ਹੋ ਕਿ ਕੋਈ ਚੀਜ਼ ਖਾਲੀ ਤਾਂ ਨਹੀਂ ਰਹੇਗੀ, ਕੋਈ ਚੀਜ਼ ਰੋਂਗ ਤਾਂ ਨਹੀਂ ਫਿਲ ਹੋ ਗਈ। ਤੁਹਾਡਾ ਫੋਰਮ ਫਿਲ ਆਊਟ ਹੋ ਗਿਆ, ਇਨਫੋਰਮੇਸ਼ਨ ਸਾਰੀ ਤੁਸੀਂ ਕਲੀਅਰ ਕਰਤੀ ਹੈ, ਫਿਲ ਆਊਟ ਕਰਤੀ ਹੈ, ਤੁਹਾਡੇ ਅਕੋਰਡਿੰਗ ਰਾਈਟ ਹੈ। ਉਸ ਤੋਂ ਬਾਅਦ ਜਿਹੜੇ ਤੁਹਾਡੇ ਡਾਕੂਮੈਂਟ ਜੋ ਮੈਂ ਸ਼ੁਰੂ 'ਚ ਦੱਸੇ ਸੀ, ਜੋ ਪ੍ਰੀਪੇਅਰ ਕੀਤੇ ਸੀ ਜਾਂ ਚੈੱਕਲਿਸਟ ਬਣਾਈ ਸੀ, ਉਹ ਸਾਰੇ ਡਾਕੂਮੈਂਟ ਤੁਸੀਂ ਸੀਰੀਅਲ ਵਾਈਜ਼ ਇੱਥੇ ਐਜ਼ ਇਟ ਇਜ਼ ਸਬਮਿਟ ਕਰ ਦੇਣੇ ਆ। ਸਪੋਰਟਿੰਗ ਡਾਕੂਮੈਂਟ ਜਿੰਨੇ ਵੀ ਹੈਗੇ, ਜਿੱਦਾਂ
ਪਾਸਪੋਰਟ ਆ, ਪਾਸਪੋਰਟ ਦੀਆਂ ਸਕੈਨ ਫੋਟੋਕਾਪੀਜ਼ ਜਿੰਨੀਆਂ ਵੀ ਹੈਗੀਆਂ, ਫਰੰਟ ਪੇਜ ਦੀ ਆ, ਲਾਸਟ ਪੇਜ ਦੀ ਆ, ਵਿੱਚ ਸਟੈਂਪਸ ਲੱਗੀਆਂ ਹੋਈਆਂ, ਸਾਰੀਆਂ ਸਕੈਨ ਕਰਕੇ ਉਹਨਾਂ ਦੀ ਇੱਕ PDF ਫਾਈਲ ਬਣਾ ਕੇ ਤੇ ਇੱਥੇ ਤੁਸੀਂ ਅਪਲੋਡ ਕਰ ਸਕਦੇ ਹੋ। ਲੈਟਰ ਆਫ ਐਕਸੈਪਟੈਂਸ, ਕਾਲਜ ਤੋਂ ਲਿਖੀ ਹੋਈ ਲੈਟਰ ਜਿਹੜੀ ਸ਼ੁਰੂ ਦੱਸੀ ਸੀ ਕਿ ਲੈਟਰ ਤੁਹਾਨੂੰ ਚਾਹੀਦੀ ਹੈ। ਉਸ ਤੋਂ ਬਾਅਦ ਹੈ ਪ੍ਰੂਫ ਆਫ ਮੀਨਸ ਆਫ ਫਾਈਨੈਂਸ਼ੀਅਲ ਸਪੋਰਟ। ਇਹ ਜਿਹੜੀ ਤੁਹਾਡੀ 4 ਮਹੀਨੇ ਦੀ ਪਿਛਲੀ ਜਿਹੜੀ ਪ੍ਰੀਵੀਅਸ ਫਾਈਨੈਂਸ਼ੀਅਲ ਸਟੇਟਮੈਂਟ ਲੱਗੇਗੀ ਕਿ ਤੁਹਾਡੀ ਬੈਂਕਿੰਗ ਟ੍ਰਾਂਜੈਕਸ਼ਨ 'ਚ ਕੀ ਐਕਟੀਵਿਟੀਜ਼ ਹੋਈਆਂ ਨੇ, ਕਿੰਨੇ ਪੈਸੇ ਭੇਜੇ ਆ, ਕਿੱਥੋਂ ਸੈਂਡਿੰਗ ਹੋਈ ਆ, ਕਿੱਥੋਂ ਰਿਸੀਵਿੰਗ ਹੋਈ ਆ ਅਤੇ ਕਿਹੜੇ ਸੋਰਸਿਸ ਤੋਂ ਹੋਈ ਆ। ਜਿਸ 'ਚ ਤੁਹਾਡੇ ਚਾਰੇ ਜਿਹੜੀ ਬੈਂਕਿੰਗ ਸਟੇਟਮੈਂਟ ਆ, ਤੁਹਾਡਾ ਪੋਰਟਫੋਲੀਓ ਕੰਪਲੀਟ ਉਹ ਐਜ਼ ਇਟ ਇਜ਼ ਜਿਹੜਾ ਹੈ PDF ਫਾਰਮੈਟ 'ਚ ਤਿਆਰ ਹੋ ਕੇ ਅਤੇ ਇੱਥੇ ਅਪਲੋਡ ਹੋਏਗਾ। ਉਸ ਤੋਂ ਬਾਅਦ ਆਉਂਦੀ ਹੈ ਕਿ ਡਿਜੀਟਲ ਫੋਟੋ। ਡਿਜੀਟਲ ਫੋਟੋ ਤੁਸੀਂ ਜਿੱਦਾਂ ਕਿਸੇ ਆਪਣੇ ਕੀ ਕਹਿੰਦੇ ਸ਼ੌਪ ਤੋਂ ਵੀ ਜਾ ਕੇ ਬਣਵਾ ਸਕਦੇ ਹੋ, ਜਾਂ ਤੁਸੀਂ ਔਨਲਾਈਨ ਵੀ ਇਸ ਦਾ ਜਿਹੜਾ ਹੈਗਾ ਜੁਗਾੜ ਕਰ ਸਕਦੇ ਹੋ, ਕਿਉਂਕਿ ਔਨਲਾਈਨ ਵੀ ਕਈ ਵੈਬਸਾਈਟ ਹੁੰਦੀਆਂ ਵਾ ਕਿ ਜਿਹੜੀਆਂ ਪੇਡ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਹਨ ਡਿਜੀਟਲ ਫੋਟੋ ਦੀਆਂ। ਉਸ ਤੋਂ ਬਾਅਦ ਕੋਆਪ ਲੈਟਰ, ਜੇ ਤੁਸੀਂ ਕੋਆਪ ਵਾਸਤੇ ਅਪਲਾਈ ਕਰ ਰਹੇ ਹੋ ਤੇ ਤੁਸੀਂ ਆਪਣੀ ਕੋਆਪ ਲੈਟਰ ਸਬਮਿਟ ਕਰੋਗੇ। ਬਾਕੀ ਜੇ ਤੁਹਾਨੂੰ ਨਹੀਂ ਕੁਛ ਪਤਾ ਲੱਗ ਰਿਹਾ ਤੁਸੀਂ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ, ਕੋਮਾ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਉਸ ਤੋਂ ਬਾਅਦ ਇਹ ਕਹਿੰਦਾ ਹੈ ਇਫ ਯੂ ਆਰ ਅਪਲਾਈਂਗ ਫਰੋਮ ਵਿਦਿਨ ਕੈਨੇਡਾ ਡੂ ਨੋਟ ਕੰਪਲੀਟ ਦਾ ਐਪਲੀਕੇਸ਼ਨ ਫॉर ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਲਿਸਟਡ ਹੇਅਰ। ਜਦੋਂ ਤੁਹਾਡਾ ਸਾਰਾ ਕੁਝ ਅਪਲਾਈ ਹੋ ਗਿਆ, ਇਹਦਾ ਸਟੱਡੀ ਪਰਮਿਟ ਤੁਸੀਂ ਅਪਲਾਈ ਕਰਤਾ, ਜੇ ਤੁਸੀਂ ਬਾਇਓਮੈਟ੍ਰਿਕਸ ਵਾਸਤੇ ਵੀ ਕਲਿੱਕ ਆਊਟ ਕਰਦੇ ਹੋ ਇੱਥੇ ਤਾਂ ਤੁਹਾਡੇ ਸਟੱਡੀ ਪਰਮਿਟ ਦੇ ਨਾਲ ਜਿੱਦਾਂ ਇੱਥੇ ਬਾਇਓਮੈਟ੍ਰਿਕਸ ਵੀ ਹੈ, ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਬਾਇਓਮੈਟ੍ਰਿਕਸ ਨਹੀਂ ਸੀ ਹੁੰਦਾ, ਜਦੋਂ ਇੰਡੀਆ ਤੋਂ ਬੰਦਾ ਕੈਨੇਡਾ ਆਉਂਦਾ ਸੀ ਤਾਂ ਉਦੋਂ ਨੈਸੈਸਿਟੀ ਨਹੀਂ ਕਰਦੇ ਸੀ, ਬਟ ਹੁਣ ਕੀ ਆ, ਹੁਣ ਬਾਇਓਮੈਟ੍ਰਿਕ ਕੰਪਲਸਰੀ ਕਰਤਾ ਅਤੇ ਸਟੱਡੀ ਪਰਮਿਟ ਦੇ $150 ਜਿਹੜੇ ਲੱਗੇ ਆ, ਨਾਲ ਹੀ ਥੱਲੇ ਫਿਰ ਬਾਇਓਮੈਟ੍ਰਿਕਸ ਵੀ ਆਊਗਾ, ਉਹਦੇ $85 ਤੁਹਾਨੂੰ ਉਹ ਵੀ ਦੇਣੇ ਪੈਣਗੇ। ਉਸ ਤੋਂ ਬਾਅਦ ਤੁਸੀਂ ਟ੍ਰਾਂਸਮਿਟ ਐਂਡ ਪੇ ਦੇ ਕਲਿੱਕ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਜਿਹੜਾ ਪੇਮੈਂਟ ਮੈਥਡ ਆ ਉਹ ਤੁਸੀਂ ਚੂਜ਼ ਕਰ ਸਕਦੇ ਹੋ, ਵੀਜ਼ਾ ਹੈ, ਮਾਸਟਰ ਕਾਰਡ ਹੈ ਜਾਂ ਵੀਜ਼ਾ ਡੈਬਿਟ ਹੈ ਜਾਂ ਕੁਛ ਵੀ ਇੰਟਰੈਕਟ ਕਰਨਾ ਔਨਲਾਈਨ। ਪੇਮੈਂਟ ਔਨਲਾਈਨ ਹੋਏਗੀ, ਹੋਰ ਕੋਈ ਸੋਰਸ ਨਹੀਂ ਹੈਗਾ। ਉਸ ਤੋਂ ਬਾਅਦ ਜਦੋਂ ਅਪਲਾਈ ਕਰਨ ਤੋਂ ਬਾਅਦ ਸਾਰਾ ਕੁਝ ਹੋ ਜਾਂਦਾ, ਫਿਰ ਵੀ ਕੋਈ ਐਡੀਸ਼ਨਲ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਹਾਊ ਲੌਂਗ ਇਟ ਵਿਲ ਟੇਕ ਫॉर CIC ਟੂ ਸੈਂਡ ਯੂਅਰ ਸਟੱਡੀ ਪਰਮਿਟ, ਅਤੇ ਤੁਸੀਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ। ਵੰਸ ਯੂ ਹੈਵ new permit in hand, make sure you update your electronic travel authorization or temporary residence visa to find out which one you need. You can visit the following link। ਤੇ ਜਿਹੜਾ ਤੁਹਾਡਾ ਨਵਾਂ ਜਿਹੜਾ ਸਟੱਡੀ ਪਰਮਿਟ ਆਉਣ ਤੋਂ ਬਾਅਦ ਜੇ ਤੁਸੀਂ ਕੰਮ ਕਰ ਰਹੇ ਹੋ ਕਿਤੇ ਤੇ ਤੁਹਾਨੂੰ ਉੱਥੇ ਵੀ ਸਬਮਿਟ ਕਰਨਾ ਪਏਗਾ ਨਵਾਂ ਜਿਹੜਾ ਸਟੱਡੀ ਪਰਮਿਟ ਹੈ, ਤੇ ਤੁਹਾਨੂੰ ਕਾਲਜ ਨੂੰ ਵੀ ਪ੍ਰੋਵਾਈਡ ਕਰਨਾ ਪਵੇਗਾ। ਕੰਗ੍ਰੈਚੁਲੇਸ਼ਨਸ, ਯੂ ਆਰ ਡਨ। ਤੇ ਪਲੀਜ਼ ਰਿਮੈਂਬਰ ਟੂ ਸੈਂਡ ਅ ਕਾਪੀ ਆਫ ਯੂਰ ਨਿਊ ਸਟੱਡੀ ਪਰਮਿਟ ਵੈਨ ਇਟ ਅਰਾਈਵਸ ਟੂ। ਇਹ ਦਿਨ ਕੋਨੈਸਟੋਗਾ ਕਾਲਜ ਦੀ ਲਿਖੀ ਹੈ ਇੱਥੇ, ਜਿੱਦਾਂ ਮੈਂ ਸੈਲਕਰ ਕਾਲਜ ਦੀ ਗੱਲ ਕਰ ਰਿਹਾ, ਅਤੇ ਸੈਲਕਰ ਕਾਲਜ ਦੀ ਈਮੇਲ ਹੁੰਦੀ ਹੈ ਇੰਟਰਨੈਸ਼ਨਲ ਡਿਫੈਂਸ, ਤੁਸੀਂ ਉੱਥੇ ਜਾ ਕੇ ਹੈਂਡ ਇਨ ਕਰ ਸਕਦੇ ਹੋ ਅਤੇ ਜਾਂ ਤੁਸੀਂ ਈਮੇਲ ਕਰ ਸਕਦੇ ਹੋ। ਸੋ ਫਾਈਨਲੀ ਵੀ ਹੈਵ ਡਨ। ਸੋ ਥੈਂਕ ਯੂ ਗਾਇਜ਼, ਥੈਂਕਸ ਫॉर ਵਾਚਿੰਗ। ਅਤੇ ਜੇ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ ਗਾਇਜ਼।